ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਤੀਜਾ। ਮਨ ਪਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਸ਼ਬਦ ਸਾਧ ਨਾ ਪਾਇਓ, ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਣ ਹੈ, ਜੇ ਗੁਰਮੁਖ ਸੱਚ ਸਮਾਏ। ਮਨ ਪਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਸ਼ਬਦ ਸਾਧ ਨਾ ਪਾਇਓ, ਮਨ ਹਠ ਕਿਆ ਗੁਣ ਗਾਏ। ਨਾਨਕ ਆਇਆ ਸੋ ਪਰਵਾਣ ਹੈ, ਜੇ ਗੁਰਮੁਖ ਸੱਚ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਮਿਹਰਾਂ ਦੇ ਖਜ਼ਾਨੇ ਬਖਸ਼ਿੰਦ ਸਤਿਗੁਰੂ। ਜੁਗੋ ਜੁਗ ਟਲ ਸ਼ਬਦਾ ਅਵਤਾਰ, ਸਹਿਬੇ ਕਮਾਲ ਦੀਨ ਦੁਨੀਆ ਦੇ ਵਾਲੀ। ਜਗਤ ਦੇ ਤਾਰਨਹਾਰ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਵਰੂਪ। ਜੁਗੋ ਜੁਗ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਵਿਖੇ ਸੱਜ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ। ਸਤਿਗੁਰਾਂ ਦੇ ਪਵਿੱਤਰ ਬਚਨ ਨੇ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ, ਜੋ ਗੁਰ ਚਰਨੀ ਸਿੱਖ ਪੜਤਿਆ। ਸਾਹਿਬਾਂ ਦੇ ਪਾਵਨ ਬਚਨ ਨੇ, ਗੁਰੂ ਕੀ ਸੰਗਤ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਨ ਬਹਿਣੇ। ਆਪ ਜੀ ਨੇ ਬਹੁਤ ਹੀ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ ਆਪਣੀ। ਸੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹਦੇ ਬਾਰੇ ਵਿੱਚ ਸਤਿਗੁਰਾਂ ਨੇ ਪਾਵਨ ਬਚਨ ਨੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਿਆ, ਬਦੋਹ ਪੁਰਖ ਵਿਦਾਤੇ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ, ਨਹਾਇਐ ਰਾਮਦਾਸ ਸਰ। ਐਸੇ ਪਾਵਨ ਸਥਾਨ ਦੇ ਆਪ ਜੀ ਦੀਦਾਰ ਕਰਨ ਵਾਸਤੇ ਯਾਤਰਾ ਕਰ ਰਹੇ ਹੋ ਗੁਰੂ ਕੀ ਸੰਗਤ। ਸਾਹਿਬਾਂ ਦੇ ਪਾਵਨ ਬਚਨ ਨੇ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਯਾਤਰਾ ਸਫਲ ਤਾਂ ਹੀ ਹੁੰਦੀ ਹੈ ਗੁਰੂ ਕੀ ਸੰਗਤ, ਜੇ ਆਪਾਂ ਮਨ ਕਰਕੇ ਵੀ ਯਾਤਰਾ ਕਰੀਏ ਤਾਂ। ਕਈ ਵਾਰ ਐਸਾ ਹੁੰਦਾ ਹੈ ਕਿ ਸਰੀਰ ਹੀ ਯਾਤਰਾ ਕਰ ਰਿਹਾ ਹੁੰਦਾ ਹੈ, ਮਨ ਗਹਿਰਾ ਹਾਜ਼ਰ ਹੋ ਜਾਂਦਾ ਹੈ। ਰਹੋ ਵਿਚਾਰ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕੀ ਸੰਗਤ PTC ਮਾਧਿਅਮ ਰਾਹੀਂ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਪਾਵਨ ਸਥਾਨ ਦੇ ਨਾਲ, ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਨਾਲ ਇਸ ਪਾਵਨ ਹੁਕਮਨਾਮੇ ਨੂੰ ਉਡੀਕਦਿਆਂ ਨੂੰ 23 ਘੰਟੇ ਲੰਘ ਜਾਂਦੇ ਨੇ ਕਿ ਕਦੋਂ ਅਗਲਾ ਹੁਕਮਨਾਮਾ ਆਵੇ ਤੇ ਫਿਰ ਅਸੀਂ ਗੁਰੂ ਕਾ ਸਿੱਖ ਜਿਹੜਾ ਨਾ ਉਹ ਆਪਣਾ
ਕਾਰੋਬਾਰ ਸ਼ੁਰੂ ਕਰੇ। ਸੋ ਗੁਰੂ ਕੀ ਸੰਗਤ, ਆਪਾਂ ਵੱਡਿਆਂ ਭਾਗਾਂ ਵਾਲੇ ਹਾਂ, ਯਾਤਰਾ ਕੀਤੀ ਹੈ। ਅੰਮ੍ਰਿਤ ਵੇਲੇ ਆਪ ਜੀ ਨੇ ਦੀਦਾਰ ਕੀਤੇ ਹਨ ਸਤਿਗੁਰਾਂ ਦੇ ਪਾਵਨ ਸਥਾਨ ਦੇ। ਸਾਹਿਬਾਂ ਦੇ ਪਾਵਨ ਬਚਨ ਨੇ, ਦੀਦਨੇ ਦੀਦਾਰ ਸਾਹਿਬ ਕਛ ਨਹੀਂ ਇਸ ਕਾ ਮੋਲ। ਜਿਹੜੇ ਦੀਦੇ, ਜਿਹੜੀਆਂ ਅੱਖਾਂ, ਜਿਹੜੇ ਨੇਤਰ ਸਤਿਗੁਰਾਂ ਦੇ ਦੀਦਾਰ ਕਰਦੀਆਂ ਨੇ, ਰੱਬ ਦੇ ਪਿਆਰਿਆਂ ਦੇ ਦੀਦਾਰ ਕਰਦੀਆਂ ਨੇ, ਸੰਗਤਾਂ ਦੇ ਦੀਦਾਰ ਕਰਦੀਆਂ ਨੇ, ਉਹਨਾਂ ਦੀ ਕੋਈ ਕੀਮਤ ਨਹੀਂ ਕਹੀ ਜਾ ਸਕਦੀ। ਸੋ ਇਸ ਪ੍ਰਕਾਰ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਗੁਰੂ ਕੀ ਸੰਗਤ ਰੋਜ਼ਾਨਾ ਦੀ ਮਰਜ਼ਾਦਾ ਅਨੁਸਾਰ ਜਿਉਂ ਸਤਿਗੁਰੂ ਤਰਨ ਗਗਨ ਨਵਖੰਡ ਮੈਂ ਜੋ ਸਭ ਰੂਪੀ ਰਹਿਓ ਪਾਰ ਪਨ ਮਥਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਪ੍ਰਤੱਖ ਹਰੀ ਦੇ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੋਂ ਜੋ ਮਰਜ਼ਾਦਾ ਚੱਲੀ ਅੱਜ ਤੱਕ ਬਰਕਰਾਰ ਹੈ ਤੇ ਰਹਿੰਦੀ ਦੁਨੀਆ ਤੱਕ ਇਹ ਬਰਕਰਾਰ ਰਹਿਣੀ ਹੈ ਕਿ ਇਸ ਪਾਵਨ ਸਥਾਨ ਤੇ ਆਸਾ ਜੀ ਦੀ ਵਾਰ ਦਾ ਕੀਰਤਨ, ਜਿੱਥੇ ਭਾਈ ਸੱਤਾ ਤੇ ਬਲਵੰਡ ਰਾਏ ਵੀ ਕੀਰਤਨ ਕਰਦੇ ਰਹੇ, ਅੱਜ ਵੀ ਆਪ ਜੀ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸਰਵਣ ਕੀਤਾ। ਗੁਰੂ ਕੀ ਸੰਗਤ, ਜਿੱਥੇ ਕੀਰਤਨ ਨੂੰ ਪ੍ਰਧਾਨਗੀ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਉੱਥੇ ਕਥਾ ਦੇ ਬਾਰੇ ਵਿੱਚ ਵੀ ਬੇਅੰਤ ਪ੍ਰਮਾਣ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਵਿੱਚ ਆਉਂਦੇ ਨੇ। ਸਾਹਿਬਾਂ ਦੇ ਪਾਵਨ ਬਚਨ ਨੇ। ਗੁਰੂ ਕੀ ਸੰਗਤ, ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾ। ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ। ਉੱਥੇ ਪਾਵਨ ਕਥਾ ਦੇ ਬਾਰੇ ਵਿੱਚ ਵੀ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪਾਵਨ ਬਖਸ਼ਿਸ਼ ਕਰਦੇ ਹਨ। ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲੱਥਾ। ਵਿਦਵਾਨਾਂ ਦੇ ਬਚਨ ਨੇ। ਗੁਰੂ ਕੀ ਸੰਗਤ, ਕੀਰਤਨ ਜੋ ਇੱਕ ਛੜਾਟੇ ਦੇ ਮੀਂਹ ਵਾਂਗ ਹੈ, ਜਿਹੜਾ ਗਲੀਆਂ ਨਾਲਿਆਂ ਦਾ ਜਿਹੜਾ ਗੰਦਮੰਦ ਹੈ ਉਹ ਰੋੜ ਕੇ ਲਿਜਾ ਕੇ ਤੇ ਸੁਰਸਰੀ ਮਿਲਤ ਪਵਿੱਤਰ ਪਾਵਨ ਹੋ ਜਾਏ। ਸਮੁੰਦਰ ਵਿੱਚ ਹੀ ਪੈਂਦਾ ਹੈ ਨਾ, ਇਹ ਉੱਥੇ ਪਵਿੱਤਰ ਹੋ ਜਾਂਦਾ ਹੈ। ਇਹੋ ਹੀ ਜਿਹੜਾ ਨਦੀਆਂ ਨਾਲਿਆਂ ਦਾ ਜਲ ਜਿਹੜਾ ਹੈ। ਸੋ ਇਸੇ ਤਰ੍ਹਾਂ ਕਥਾ ਦੇ ਬਾਰੇ ਵਿੱਚ ਵਿਦਵਾਨਾਂ ਦੇ ਵਿਚਾਰ ਨੇ ਗੁਰੂ ਕੀ ਸੰਗਤ ਕਿ ਇਹ ਝੜੀ ਦਾ ਮੀਂਹ ਹੈ। ਜੇ ਝੜੀ ਦਾ ਮੀਂਹ ਝੜੀ ਲੱਗ ਜਾਵੇ ਗੁਰੂ ਕੀ ਸੰਗਤ ਤੇ ਲੈਂਟਰ ਵੀ ਚੋਣ ਲੱਗ ਪੈਂਦੇ ਨੇ। ਇਸੇ ਤਰ੍ਹਾਂ ਪੱਥਰ ਦਿਲ ਹਿਰਦੇ ਜਿਹੜੇ ਨੇ ਉਹ ਵੀ ਕੋਮਲ ਹੋ ਜਾਂਦੇ ਨੇ ਗੁਰੂ ਕੀ ਬਾਣੀ ਦੀ ਕਥਾ ਸਰਵਣ ਕਰਕੇ। ਇਸ ਕਰਕੇ ਮਨ ਕਰਕੇ ਹਾਜ਼ਰੀ ਆਪਾਂ ਨੂੰ ਜ਼ਰੂਰੀ ਹੈ। ਗੁਰੂ ਕੀ ਸੰਗਤ, ਕਈ ਵਾਰ ਐਸਾ ਹੁੰਦਾ ਹੈ ਆਪਾਂ ਜੋੜੇ ਘਰ ਦੇ ਵਿੱਚ ਜਦੋਂ ਜੋੜਾ ਉਤਾਰਦੇ ਆ ਨਾ ਗੁਰੂ ਕੀ ਸੰਗਤ, ਤੇ ਇਹ ਮਨ ਐਡਾ ਬੇਈਮਾਨ ਹੈ ਕਿ ਬਹੁਤ ਕੰਪਲੇਂਟਾਂ ਇਹਦੀਆਂ ਆਉਂਦੀਆਂ ਨੇ। ਇੱਕ ਦੂਜੇ ਕੋਲ ਕੰਪਲੇਂਟ ਕਰਦੇ ਅਸੀਂ, ਇੱਕ ਦੂਜੇ ਕੋਲ ਜ਼ਿਕਰ ਕਰਦੇ ਹਾਂ ਕਿ ਜਦੋਂ ਬਾਣੀ ਪੜ੍ਹਨ ਲੱਗੀਦੀ ਹੈ, ਜਦੋਂ ਸਿਮਰਨ ਕਰਨ ਲੱਗੀਦਾ ਹੈ, ਇਹ ਗੈਰ ਹਾਜ਼ਰ ਹੋ ਜਾਂਦਾ ਹੈ। ਕਿਉਂਕਿ ਪਾਪੀ ਬੰਦੇ ਦਾ ਕੀ ਕੰਮ ਹੈ ਗੁਰੂ ਕੀ ਹਜ਼ੂਰੀ ਵਿੱਚ? ਜੇ ਪਾਪੀ ਆ ਵੀ ਜਾਵੇ ਸਤਿਗੁਰੂ ਜੀ ਬਖਸ਼ਦੇ ਨੇ। ਇਸ ਕਰਕੇ ਗੁਰੂ ਕੀ ਸੰਗਤ, ਇਹ ਜਦੋਂ ਅਸੀਂ ਜੋੜੇ ਘਰ ਤੋਂ ਗੁਰੂ ਘਰ ਵਾਲੇ ਪਾਸੇ ਨੂੰ ਤੁਰਦੇ ਹਾਂ ਨਾ, ਤੇ ਇਹ ਸਾਡਾ ਜੋੜਾ ਤੇ ਭਾਵੇਂ ਪਾਵੇ ਜਾਂ ਨਾ ਪਾਵੇ, ਇਹ ਪਛਾਣ ਤੋਂ ਮੁੜ ਜਾਂਦਾ ਹੈ, ਹਾਜ਼ਰ ਨਾਲ ਨਹੀਂ ਆਉਂਦਾ ਸਰੀਰ ਦੇ। ਇਸ ਕਰਕੇ ਜ਼ਰੂਰੀ ਹੈ ਕਿ ਇਹਨੂੰ ਆਵਾਜ਼ ਮਾਰੀਏ। ਸੋ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਰ। ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਆਪ ਹੀ, ਕਿਉਂਕਿ ਮਹਾਰਾਜ ਸਾਹਿਬ ਜੀ ਨੇ ਮਨ ਨੂੰ ਮਿੱਤਰ ਵੀ ਆਖਿਆ, ਮਨ ਨੂੰ ਖੁੱਟਹਰ ਵੀ ਆਖਿਆ। ਮਨ ਖੁੱਟਹਰ, ਅੱਜ ਵੀ ਮਹਾਰਾਜ ਸਾਹਿਬ ਜੀ ਨੇ ਜੋ ਬਿਹਾਗੜਾ ਰਾਗ ਦੇ ਇਹ ਚੌਥੀ ਪੌੜੀ ਦੇ ਵਿੱਚ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ 2 ਸ਼ਲੋਕ ਨੇ। ਪਹਿਲਾ ਸ਼ਲੋਕ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਮਨ ਤੋਂ ਹੀ ਸ਼ੁਰੂ ਕੀਤਾ ਹੈ। ਸੰਨ 2020 ਦੇ ਵਿੱਚ 5 ਫਰਵਰੀ ਨੂੰ ਦਾਸ ਨੇ ਇੱਥੇ ਸੇਵਾ ਨਿਭਾਈ ਸੀ ਆਪ ਜੀ ਦੇ ਜੋੜੇ ਝਾੜਨ ਦੀ। ਉਦੋਂ ਵੀ ਮਨ ਇੱਛਾ ਦਾਨ ਕਰਨ ਸਰਬੱਤਰ ਆਸਾ ਪੂਰਨ ਹੈ। ਜੈਤਸਰੀ ਰਾਗ ਦੀ ਵਾਰ ਜਿਹੜੀ ਹੈ ਉਹਦਾ ਸ਼ਲੋਕ ਆਇਆ ਸੀ, ਉਹਦੇ ਵਿੱਚ ਵੀ ਮਨ ਦੀ ਗੱਲ ਕੀਤੀ ਸੀ ਸਤਿਗੁਰਾਂ ਨੇ। ਅੱਜ ਵੀ ਮਹਾਰਾਜ ਸਾਹਿਬ ਦੀ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਨ ਤੋਂ ਸ਼ੁਰੂ ਕਰਦੇ ਨੇ, ਕਿਉਂਕਿ ਮਨ ਹੀ ਇੱਕ ਸਾਨੂੰ 84 ਲੱਖ ਦੇ ਗੇੜੇ ਵਿੱਚ ਘੁਮਾਉਣ ਵਾਲਾ ਹੈ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਪੂਰਨ ਕਿਰਪਾ ਕਦੋਂ ਹੋਵੇਗੀ? ਜਦੋਂ ਅਸੀਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਇਹਨੂੰ ਨਾਲ ਲੈ ਕੇ ਆਵਾਂਗੇ। ਇਸ ਕਰਕੇ ਗੁਰੂ ਕੀ ਸੰਗਤ, ਮੈਂ ਸਾਰੀਆਂ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਜੋ ਇਸ ਵੇਲੇ ਸਰਵਣ ਕਰ ਰਹੇ ਹੋ, ਸਾਰਿਆਂ ਨੂੰ ਬੇਨਤੀ ਹੈ ਕਿ ਇੱਕ ਵਾਰ ਆਪਾਂ ਮੁੱਖ ਪਵਿੱਤਰ ਕਰੀਏ ਅਤੇ ਸਰਵਣ ਕਰੀਏ ਬੜੇ ਪਿਆਰ ਸਤਿਕਾਰ ਦੇ ਨਾਲ ਸਤਿਗੁਰਾਂ ਦੀ ਪਾਵਨ ਕਥਾ। ਆਖੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਬਿਹਾਗੜਾ ਰਾਗ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪੌੜੀਆਂ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਹਨ ਅਤੇ ਜੋ ਸ਼ਲੋਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ ਉਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਜੀ। ਮਨ ਪਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ। ਜਿਨ੍ਹਾਂ ਦਾ ਮਨ ਯਕੀਨ ਨਹੀਂ ਕਰਦਾ ਸਤਿਗੁਰਾਂ ਤੇ, ਜਿਨ੍ਹਾਂ ਨੂੰ ਪ੍ਰਤੀਤ ਨਹੀਂ, ਕਿਉਂਕਿ ਧੰਨ ਬਾਬਾ ਬਿਧੀ ਚੰਦ ਸਾਹਿਬ ਮੀਰੀ ਪੀਰੇ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਉਹਨਾਂ ਤੇ ਖੁਸ਼ ਹੋਏ ਨਾ, ਉਹਨਾਂ ਦੀਆਂ ਸੇਵਾਵਾਂ ਤੇ, ਪੁੱਛਿਆ, ਬਿਧੀ ਚੰਦ ਜੀ ਅਸੀਂ ਤੁਹਾਡੇ ਤੇ ਬਹੁਤੇ ਪ੍ਰਸੰਨ ਹਾਂ, ਤੁਸੀਂ ਆਪਣੀ ਕੋਈ ਮੰਗ ਰੱਖੋ। ਹਜੂਰ ਸੱਚੇ ਪਾਤਸ਼ਾਹ ਬਹੁਤ ਕਿਰਪਾ ਹੈ ਆਪ ਜੀ ਦੀ, ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਹ ਸੋ ਬੇਨਤੀ ਸੀ। ਨਹੀਂ ਫਿਰ ਵੀ ਕਿਉਂਕਿ ਜਿਹੜਾ ਦਾਤਾ ਹੈ ਨਾ ਗੁਰੂ ਕੀ ਸੰਗਤ, ਉਹਦੀ ਖੁਸ਼ੀ ਉਦੋਂ ਹੁੰਦੀ ਹੈ ਜਦੋਂ ਉਹ ਦਾਨੀ ਨੂੰ ਖਿਮਾ ਕਰਨੀ ਭਿਖਾਰੀ ਨੂੰ ਕੁਝ ਨਾ ਕੁਝ ਦਾਨ ਕਰ ਲਵੇ, ਉਦੋਂ ਦਾਤਾ ਖੁਸ਼ ਹੁੰਦਾ ਹੈ। ਬੇਅੰਤ ਸਾਖੀਆਂ ਐਸੀਆਂ ਆਉਂਦੀਆਂ ਨੇ ਗੁਰੂ ਕੀ ਸੰਗਤ ਜਿਨ੍ਹਾਂ ਦੇ ਵਿੱਚ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਤੀਸਰੇ ਚੌਥੇ ਬਚਨ ਤੇ ਸੋ ਗੁਰੂ ਕੇ ਸਿੱਖਾਂ ਨੂੰ ਕਿਰਪਾ ਕੀਤੀ। 3 ਬਚਨ ਹੋਏ, ਬਾਬਾ ਬਿਧੀ ਚੰਦ ਸਾਹਿਬ ਜੀ ਨੇ ਤੀਸਰੇ ਬਚਨ ਤੋਂ ਵੀ ਇਹ ਬੇਨਤੀ ਕੀਤੀ, ਹਜੂਰ ਸੱਚੇ ਪਾਤਸ਼ਾਹ ਆਪ ਜੀ ਦੀ ਬਹੁਤ ਕਿਰਪਾ ਹੈ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਨਹੀਂ ਬਾਬਾ ਬਿਧੀ ਚੰਦ ਸਾਹਿਬ ਜੀ ਅਸੀਂ ਬਹੁਤੇ ਖੁਸ਼ ਹਾਂ ਤੁਹਾਡੇ ਤੇ, ਰੱਬ ਖੁਸ਼ ਹੈ ਕਿਉਂਕਿ ਗੁਰਪਰਮੇਸ਼ਰ ਏਕੋ ਜਾਣ। ਤਾਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਕੀ ਮੰਗਿਆ, ਸੋ ਸਾਧ ਦਾ ਸੰਗ, ਨਾਮ ਦਾ ਰੰਗ, ਨਿਹਚਾ ਅਪੰਗ, ਭਾਵ ਕਿ ਮੇਰਾ ਯਕੀਨ ਨਾ ਟੁੱਟੇ। ਤੇ ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕੀਤਾ, ਸਦਾ ਸਾਂਝ ਤੇਰੀ ਪੁਸ਼ਤੈਨੀ। ਇਸ ਪ੍ਰਕਾਰ ਗੁਰੂ ਕੀ ਸੰਗਤ ਜਿਨ੍ਹਾਂ ਦਾ ਮਨ ਪ੍ਰਤੀਤ ਨਹੀਂ ਕਰਦਾ, ਜਿਨ੍ਹਾਂ ਦਾ ਮਨ ਯਕੀਨ ਨਹੀਂ, ਜਿਨ੍ਹਾਂ ਨੂੰ ਗੁਰੂ ਸਾਹਿਬਾਂ ਦੇ ਉੱਤੇ ਤੇ ਸਹਿਜ ਅਡੋਲਤਾ ਨਹੀਂ ਆਉਂਦੀ, ਸਹਿਜ ਨਾ ਲੱਗੋ ਭਾਉ, ਜਿਨ੍ਹਾਂ ਦਾ ਪ੍ਰੇਮ ਨਹੀਂ ਗੁਰੂ ਕੀ ਬਾਣੀ ਦੇ ਨਾਲ, ਪ੍ਰੇਮ ਨਹੀਂ ਮਹਾਰਾਜ ਸਾਹਿਬ ਜੀ ਦੇ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਾਂ ਪੜ੍ਹਦੇ ਹਾਂ ਨਾ, ਸਾਹਿਬਾਂ ਦੇ ਪਾਵਨ ਬਚਨ ਨੇ ਗੁਰੂ ਕੀ ਸੰਗਤ, ਸੋ ਜਿਨ ਪ੍ਰੇਮ ਕੀਓ ਕਹਾਂ ਭਇਓ, ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਗ ਧਿਆਨ ਲਗਾਇਓ। ਇੱਕ ਬੇਨਤੀ ਮੈਂ ਇੱਥੇ ਜ਼ਰੂਰ ਕਰਾਂ ਗੁਰੂ ਕੀ ਸੰਗਤ, ਆਪ ਸਾਰੀ ਸੰਗਤ ਨੂੰ, ਵੀ ਸਤਿਗੁਰਾਂ ਦੀ ਪਵਿੱਤਰ ਗੁਰਬਾਣੀ ਦੇ ਵਿੱਚ ਕਿਤੇ ਵੀ ਜਿਹੜਾ ਇਹ ਗੱਲ ਕਹਿੰਦਾ, ਕਈ ਵਾਰ ਐਸਾ ਸੁਣਨ ਨੂੰ ਮਿਲਦਾ ਗੁਰੂ ਕੀ ਸੰਗਤ ਵੀ ਅਸੀਂ ਇਤਿਹਾਸ ਨੂੰ ਨਹੀਂ ਮੰਨਦੇ, ਮੰਨਣਾ ਚਾਹੀਦਾ, ਕਿਉਂਕਿ ਇਤਿਹਾਸ ਜਿਹੜਾ ਹੈ ਨਾ ਉਹ ਗੁਰੂ ਕੀ ਬਾਣੀ ਦੀ ਪਰਿਕਰਮਾ ਕਰਦਾ ਹੈ। ਕਿਸੇ ਵੀ ਗੁਰੂ ਕੇ ਸਿੱਖ ਦਾ ਇਤਿਹਾਸ ਦੇਖੋ ਤੁਸੀਂ, ਉਹ ਕਿਸੇ ਨਾ ਕਿਸੇ ਪੰਕਤੀ ਨੂੰ ਲੈ ਕੇ, ਕਿਸੇ ਨਾ ਕਿਸੇ ਸ਼ਬਦ ਨੂੰ ਲੈ ਕੇ ਉਹਦੀ ਕਮਾਈ ਕਰਕੇ ਤੇ ਫਿਰ ਉਹਨੇ ਇਤਿਹਾਸ ਬਣਾਇਆ ਹੈ। ਸੋ ਇਸ ਪ੍ਰਕਾਰ ਗੁਰੂ ਕੀ ਸੰਗਤ ਜਿਹੜਾ ਵੀ ਚਲੋ ਇਤਿਹਾਸ ਤੇ ਨਹੀਂ ਯਕੀਨ ਕਰਦਾ, ਕਰਨਾ ਚਾਹੀਦਾ ਸਾਨੂੰ, ਸੋ ਗੁਰੂ ਕੀ ਬਾਣੀ ਤੇ ਯਕੀਨ ਕਰਦਾ ਹੈ, ਵਿਸ਼ਵਾਸ ਕਰਦਾ ਹੈ, ਤਾਂ ਗੁਰੂ ਕੀ ਸੰਗਤ ਉਹ ਸੋ ਯਕੀਨ ਜ਼ਰੂਰ ਕਰੇ। ਮਨ ਪ੍ਰਤੀਤ ਨਾ ਆਈਆ, ਸਹਿਜ ਨਾ ਲੱਗੋ ਭਾਉ, ਕਹਿਣ ਤੋਂ ਭਾਵ ਕਿ ਪ੍ਰੇਮ ਕਹਾਂ ਭਇਓ, ਜੋ ਦੋ ਲੋਚਨ ਮੂੰਦ ਕੇ ਬੈਠ ਰਿਓ ਬਗ ਧਿਆਨ ਲਗਾਇਓ। ਕੀ ਹੋਇਆ, ਮੈਂ ਬੇਨਤੀ ਕਰ ਰਿਹਾ ਸੀ ਕਿ ਕਿਤੇ ਵੀ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸਤਿਗੁਰਾਂ ਨੇ ਅੱਖਾਂ ਮੀਟ ਕੇ, ਨੇਤਰ ਮੂੰਦ ਕਰਕੇ, ਜੇ ਸਮਾਂ ਹੋਵੇ ਤੇ ਕੋਈ ਗੁਨਾਹ ਵੀ ਨਹੀਂ ਹੈ, ਜੇ ਸਾਡੇ ਕੋਲ ਸਮਾਂ ਨਹੀਂ ਤੇ ਆਪਾਂ ਨਾਮਦੇਵ ਜੀ ਦਾ ਬਚਨ ਯਾਦ ਕਰੀਏ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਜੇ ਅਸੀਂ ਕੰਮ ਕਰਨਾ ਹੈ, ਕਿਰਸਾਨੀ ਦਾ ਕੰਮ ਕਰਨਾ ਹੈ, ਕੋਈ ਵੀ ਕੰਮ ਕਰਨਾ ਹੈ ਗੁਰੂ ਕੀ ਸੰਗਤ, ਉਹ ਅੱਖਾਂ ਮੀਟ ਕੇ ਤੇ ਨਹੀਂ ਨਾ ਕਰਾਂਗੇ। ਇਸ ਕਰਕੇ ਨਾਮਦੇਵ ਜੀ ਨੇ ਇਹ ਇਸ਼ਾਰਾ ਕੀਤਾ, ਸ਼੍ਰੋਮਣੀ ਭਗਤ ਨਾਮਦੇਵ ਜੀ ਨੇ ਤਰਲੋਚਨ ਭਗਤ ਜੀ ਨੂੰ ਕਹਿ ਰਹੇ ਨੇ, ਤਰਲੋਚਨ ਭਗਤ ਨੇ ਕਿਹਾ ਵੀ ਤੂੰ ਆ ਲੋਕਾਂ ਦੇ ਕਾਰੋਬਾਰ ਕਰਦਾ ਹੈ, ਕੱਪੜੇ ਰੰਗਦਾ ਹੈ, ਕੱਪੜੇ ਸਿਉਣਾ ਹੈ, ਜਾਂ ਜੋ ਵੀ ਕਾਰੋਬਾਰ ਕਰਦਾ ਹੈ, ਤੇ ਨਾਮ ਕਿਹੜੇ ਵੇਲੇ ਜਪਦਾ ਹੈ? ਤੇ ਨਾਮਦੇਵ ਜੀ ਦਾ ਉੱਤਰ ਸੀ, ਤਰਲੋਚਨ ਜੀ ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਆਪਣੇ ਚਿੱਤ ਦੇ ਨਾਲ ਪਰਮੇਸ਼ਰ ਦਾ
ਹੱਥਾਂ ਪੈਰਾਂ ਦੇ ਨਾਲ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਇਹ ਸਾਨੂੰ ਕਿਹਾ। ਤੇ ਕਿਰਤ ਜਦੋਂ ਕਰਾਂਗੇ ਆਪਾਂ ਅੱਖਾਂ ਮੀਟ ਕੇ ਤੇ ਨਹੀਂ ਨਾ ਕਰਾਂਗੇ, ਕਿਤੇ ਵੀ ਅੱਖਾਂ ਮੀਟ ਕੇ ਸੋ ਨਾਮ ਜਪਣ ਵਾਸਤੇ ਮਹਾਰਾਜ ਸਾਹਿਬ ਜੀ ਨੇ ਕਹਾਂ ਭਇਓ ਜੋ ਦੋ ਲੋਚਨ ਜੀ। ਕੀ ਹੋਇਆ ਜੇ ਤੁਸੀਂ ਅੱਖਾਂ ਮੀਟ ਕੇ, ਉਹ ਤੇ ਬਗਲ ਸਮਾਧੀ ਹੋ ਗਈ ਨਾ ਗੁਰੂ ਕੀ ਸੰਗਤ। ਮੰਨ ਲਓ ਅੱਖਾਂ ਮੀਟੀਆਂ ਨੇ ਸਾਡੀਆਂ, ਜਿਹੜਾ ਮਨ ਜਿਹੜਾ ਉਹ ਅਮਰੀਕਾ ਕੈਨੇਡਾ ਵਿੱਚ ਤੁਰਿਆ ਫਿਰਦਾ ਹੈ, ਇੰਗਲੈਂਡ ਵਿੱਚ ਤੁਰਿਆ ਫਿਰਦਾ ਹੈ, ਗੁਰੂ ਕੀ ਸੰਗਤ ਕੋਈ ਫਾਇਦਾ ਨਹੀਂ। ਇਸ ਕਰਕੇ ਗੁਰੂ ਕੀ ਸੰਗਤ ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ, ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਧ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਤੀਰਥ ਦਾਨ ਅਰ ਵਰਤ ਕਰ, ਮਨ ਮੈਂ ਧਰੇ ਗੁਮਾਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਓ, ਬਗ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾਤ ਸਮੁੰਦਰ, ਸੱਤਾਂ ਸਮੁੰਦਰਾਂ ਦਾ ਭਾਵੇਂ ਇਸ਼ਨਾਨ ਵੀ ਕਰ ਲੈ, ਨਾਥ ਫਿਰਿਓ ਲੀਏ ਸਾਤ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਿਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਚ ਕਹੂੰ ਸੁਣ ਲਿਓ, ਸਭੈ ਜਨ ਪ੍ਰੇਮ ਕੀਓ ਤਨਿ ਪਰ ਪਾਇਓ। ਬਾਣੀ ਪੜ੍ਹਨ ਵਾਲੇ ਨਾਲ ਪ੍ਰੇਮ, ਬਾਣੀ ਨਾਲ ਪ੍ਰੇਮ, ਸੇਵਾ ਕਰਨ ਵਾਲੇ ਨਾਲ ਪ੍ਰੇਮ। ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ, ਜੇ ਕੋ ਜੀਓ ਕਹੇ ਉਹਨਾਂ ਕੋ ਜਮ ਕੀ ਤਲਬ ਨਾ ਹੋਈ। ਬਾਣੀ ਪੜ੍ਹਨ ਵਾਲੇ ਨੂੰ ਜੀ ਕਹਿ ਲਵੇ ਨਾ ਕੋਈ, ਤੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨੂੰ ਜਮਾਂ ਦੀ ਮਾਰ ਨਹੀਂ ਪੈਂਦੀ। ਕੁਛ ਵੀ ਨਹੀਂ ਕਰ ਸਕਦਾ ਤੇ ਬਾਣੀ ਪੜ੍ਹਨ ਵਾਲੇ ਨੂੰ ਸਤਿਕਾਰ ਹੀ ਬਾਣੀ ਪੜ੍ਹਨ ਵਾਲੇ ਦਾ ਕਰ ਲਵੇ ਤਾਂ ਰੋ ਵਿਚਾਰ। ਮਹਾਰਾਜ ਸਾਹਿਬ ਜੀ ਨੇ ਇੱਥੇ ਮਨ ਦੀ ਗੱਲ ਕੀਤੀ ਹੈ, ਮਨ ਪ੍ਰਤੀਤ ਨਾ ਆਈ ਆ ਸਹਿਜ ਨਾ ਲੱਗੋ ਪਾਓ। ਮਨ ਦੀ ਗੱਲ ਜਿਹੜੀ ਹੈ ਨਾ ਗੁਰੂ ਕੀ ਸੰਗਤ, ਜਨਕ ਰਾਜਾ ਬਹੁਤ ਵੱਡਾ ਧਰਮਾਤਮਾ ਹੋਇਆ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇੱਧਰ ਭਰਥਰੀ ਦੀ ਗੱਲ ਕਰੀਏ ਗੁਰੂ ਕੀ ਸੰਗਤ, ਤੇ ਭਰਥਰੀ ਨੇ ਸਵਾਹ ਵੀ ਮਲੀ। ਉਹਨੇ ਕਿਹਾ ਵੀ ਮੈਂ ਸ਼ਮਸ਼ਾਨਾਂ ਦੇ ਵਿੱਚ ਜਾ ਕੇ, ਮੜੀਆਂ ਦੇ ਵਿੱਚ ਜਾ ਕੇ ਤੇ ਜਿਹੜੇ ਹੋਰ ਮੰਤਰ ਸਨ, ਕੁਮੰਤਰ ਸਨ, ਉਹ ਵੀ ਜਪੇ, ਪਰ ਗੱਲ ਨਹੀਂ ਬਣੀ। ਨਾਰਦ ਮੁਨੀ ਜੀ ਮਿਲੇ ਇਹਨੂੰ, ਭਰਥਰੀ ਨੂੰ, ਕਹਿਣ ਲੱਗੇ ਭਈ ਗੁਰੂ ਨਾਨਕ ਸਾਹਿਬ ਜੀ ਆਉਣ ਵਾਲੇ ਨੇ ਤੇ ਤੂੰ ਹੁਣ, ਤੈਨੂੰ ਪ੍ਰਾਣਾਯਾਮ ਰਾਹੀਂ ਤੈਨੂੰ ਉਮਰ ਵਧਾਉਣ ਦਾ ਤੇ ਪਤਾ ਲੱਗ ਹੀ ਗਿਆ ਹੈ, ਪਰ ਹੁਣ ਜਾਵੀਂ ਨਾ ਤੂੰ ਉਹਨਾਂ ਚਿਰ, ਕਿਉਂਕਿ ਇਹ ਜੋਗੀ ਲੋਕ ਜਿਹੜੇ ਹੁੰਦੇ ਨੇ ਨਾ ਪ੍ਰਾਣਾਯਾਮ ਦੇ ਨਾਲ ਉਮਰ ਵਧਾ ਲੈਂਦੇ ਨੇ, ਸਵਾਸ ਉਹਨੇ ਹੀ ਹੁੰਦੇ ਨੇ, ਉਮਰ ਵਧਾ ਲੈਂਦੇ ਨੇ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇਰਾ ਉਧਾਰ ਕਰਨਗੇ। ਬੇਸ਼ੱਕ ਉਹਨੇ ਸ਼ਿਵ ਜੀ ਦਾ ਉਪਾਸਕ ਸੀ, ਗੋਰਖ ਨੇ ਉਸ ਪਾਸੇ ਲਾਇਆ ਹੋਇਆ ਸੀ ਉਹਨੂੰ, ਪਰ ਗੁਰੂ ਕੀ ਸੰਗਤ ਉਹਨੇ ਅਖੀਰ ਦੇ ਵਿੱਚ 1500 ਸਾਲ ਉਹਦੀ ਉਮਰ ਹੋ ਗਈ ਹੈ ਭਰਥਰੀ ਦੀ। ਉਹਨੇ ਫਿਰ ਵੀ ਸ਼ਿਵ ਜੀ ਨੂੰ ਇਹ ਲਾਮਾ ਦਿੱਤਾ ਕਿ ਤੁਸੀਂ ਬੈਲ ਦੀ ਸਵਾਰੀ ਕਰਦੇ ਹੋ ਤੇ ਬੈਲ ਦੀ, ਤੁਹਾਡੇ ਬੈਲ ਵਸ ਵਿੱਚ ਹੈ, ਮੇਰਾ ਮਨ ਰੂਪੀ ਬੈਲ ਜਿਹੜਾ ਉਹ ਵਸ ਵਿੱਚ ਨਹੀਂ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਿਲੇ ਭਰਥਰੀ ਨੂੰ, ਭਰਥਰੀ ਨੂੰ ਕਹਿਣ ਲੱਗੇ, ਭਰਥਰੀ ਵੀ ਆਹ ਜਿਹੜੀ ਸਵਾਹ ਮਲੀ ਫਿਰਦਾ ਹੈ, ਆਹ ਜਿਹੜੀ ਸਿਰ 'ਚ ਸਵਾਹ ਪਾਈ ਫਿਰਦਾ ਹੈ, ਇਹ ਬੰਦਿਆਂ ਵਾਲਾ ਕੰਮ ਨਹੀਂ ਹੈ। ਬੰਦਾ ਸੋ ਜੋ ਪਵੇ ਵਿੱਚ ਬੰਦੀ, ਵੇਖਣ ਕਉ ਦੀਦਾਰ, ਬੰਦੇ ਬੰਦਗੀ ਇਖਤਿਆਰ। ਵੇਖ ਜਨਕ ਰਾਜਾ ਜਿਹਨੂੰ ਅਸੀਂ ਗੁਰਮੁਖ ਆਖਿਆ ਹੈ, ਪ੍ਰਹਿਲਾਦ ਨੂੰ ਗੁਰਮੁਖ ਆਖਿਆ ਹੈ, ਵਸਿਸ਼ਟ ਨੂੰ ਗੁਰਮੁਖ ਆਖਿਆ ਹੈ, ਗੁਰਮੁਖਾਂ ਵਾਲੇ ਕੰਮ ਕਰ। ਸੋ ਗੁਰੂ ਕੀ ਸੰਗਤ ਉਹਦਾ ਸੁਧਾਰ ਹੋਇਆ, ਪਰ ਉਹਨੇ ਕਿਹਾ ਵੀ 1500 ਸਾਲ ਲੰਘ ਜਾਣ ਤੇ ਵੀ ਮੇਰਾ ਮਨ ਜਿਹੜਾ ਨਾ ਉਹ ਵਸ ਵਿੱਚ ਨਹੀਂ ਆਇਆ। ਮਨ ਇਹਦੇ ਸਰੀਰ ਦਾ ਨਹੀਂ ਖੜਾ ਛੱਡ ਰਿਹਾ, ਸਰੀਰ ਦਾ ਹੀ ਜੋ ਮੋਹ ਨਹੀਂ ਛੱਡ ਰਿਹਾ। ਇਸ ਕਰਕੇ ਗੁਰੂ ਕੀ ਸੰਗਤ ਜਨਕ ਰਾਜੇ ਨੂੰ ਮਹਾਰਾਜ ਸਾਹਿਬ ਜੀ ਨੇ ਗੁਰਮੁਖ ਆਖਿਆ, ਪ੍ਰਹਿਲਾਦ ਜੀ ਨੂੰ ਗੁਰਮੁਖ ਆਖਿਆ। ਸੋ ਜਿਨ੍ਹਾਂ ਦੇ ਮਨ ਵਸ ਵਿੱਚ ਆਏ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨੇ ਗੁਰਮੁਖ ਆਖਿਆ ਗੁਰੂ ਕੀ ਸੰਗਤ। ਇਸ ਕਰਕੇ ਮਨ ਪ੍ਰਤੀਤ ਨਾ ਆਈਆ, ਜਿਨ੍ਹਾਂ ਦਾ ਮਨ ਯਕੀਨ ਨਹੀਂ ਕਰਦਾ, ਜਿਨ੍ਹਾਂ ਦਾ ਮਨ ਵਿਸ਼ਵਾਸ ਨਹੀਂ ਕਰਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਅੰਦਰ ਅਡੋਲਤਾ ਨਹੀਂ। ਅਡੋਲਤਾ ਤੇ ਤਾਂ ਹੀ ਆਵੇਗੀ ਨਾ, ਡੋਲਣ ਤੇ ਰੱਖੋ ਪਰੋ ਡੰਡੌਤ ਬੰਧਨ ਅਨਕਬਾਰ। ਆਣ ਕੇ ਆਪਾਂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰਿਆ ਕਰੀਏ ਗੁਰੂ ਕੀ ਸੰਗਤ, ਇਹ ਦੋ ਪੰਕਤੀਆਂ ਜ਼ਰੂਰ ਪੜਿਆ ਕਰੋ। ਡੰਡੌਤ ਬੰਧਨ ਅਨਕਬਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ ਕਬੋ ਕੇ ਸੁਣੇ ਪੁਕਾਰ। ਇਹ ਇੱਕ ਦਿਨ ਦੀ ਗੱਲ ਨਹੀਂ ਗੁਰੂ ਕੀ ਸੰਗਤ, ਵੀ ਜੇ ਕੋਈ ਇੱਕ ਦਿਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਆਣ ਕੇ ਇਹ ਦੋ ਪੰਕਤੀਆਂ ਪੜ੍ਹ ਕੇ ਆਖੇ ਵੀ ਸ਼ਾਮ ਨੂੰ ਮੇਰਾ ਮਨ ਡੋਲਦਾ ਹੈ, ਇਹ ਨਹੀਂ। ਇਹ ਜਨਮ ਲੱਗਦੇ ਨੇ ਗੁਰੂ ਕੀ ਸੰਗਤ, ਤੇ ਕਿਸੇ ਤੇ ਕਿਰਪਾ ਹੋ ਵੀ ਜਾਂਦੀ ਹੈ। ਜਿਨ ਕੋ ਨਦਰ ਕਰਮ ਤਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨੇ। ਇਸ ਕਰਕੇ ਗੁਰੂ ਕੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਮਨ ਪ੍ਰਤੀਤ ਨਾ ਆਈਆ ਸਹਿਜ ਨਾ ਲੱਗੋ ਭਾਉ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ
ਮਹਾਰਾਜ ਸਾਹਿਬ ਜੀ ਦੇ ਗਵਾਂਢ ਖਡੂਰ ਸਾਹਿਬ ਮਲੂਕਾ ਚੌਧਰੀ ਰਹਿੰਦਾ ਸੀ। ਮਿਰਗੀ ਦਾ ਦੌਰਾ ਪਿਆ ਕਰਨਾ, ਸਤਿਗੁਰਾਂ ਨੂੰ ਬੇਨਤੀ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਕਿਉਂਕਿ ਮੇਰਾ ਬੈਦ ਗੁਰੂ ਗੋਬਿੰਦਾ। ਜਦੋਂ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠਿਆ ਕਰਦੇ ਸਨ ਨਾ ਸੰਗਤ ਦੇ ਵਿੱਚ, ਤੇ ਜਿਹਦੇ ਤੇ ਪਹਿਲੀ ਦ੍ਰਿਸ਼ਟੀ ਪੈ ਜਾਂਦੀ ਸੀ, ਅਮੈ ਦ੍ਰਿਸ਼ਟ ਸੁਭ ਕਰੈ ਹਰੇ ਅਗਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵਨਦ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੁ ਟਲ ਗੁਰ ਸੇਵੀਐ ਐਨਸ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਜੇ ਅਸੀਂ ਦਰਸ਼ਨ ਕਰਨ ਦੇ ਨਾਲ ਸਾਡੇ ਜਨਮ ਮਰਨ ਦਾ ਗੇੜਾ ਕੱਟਿਆ ਜਾਂਦਾ ਗੁਰੂ ਕੀ ਸੰਗਤ, ਤਾਂ ਸਤਿਗੁਰੂ ਜੀ ਦੀ ਜਿਹੜੀ ਦ੍ਰਿਸ਼ਟੀ ਹੈ ਨਾ, ਉਹਦੇ 'ਚ ਬੜਾ ਬਲ ਹੈ। ਸੋ ਸਤਿਗੁਰਾਂ ਨੂੰ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮਿਰਗੀ ਦਾ ਦੌਰਾ ਪੈਂਦਾ। ਸਤਿਗੁਰੂ ਜੀ ਕਹਿਣ ਲੱਗੇ ਵੀ ਜਿਹੜੀ ਤੂੰ ਆ ਸ਼ਰਾਬ ਪੀਨਾ ਨਾ, ਇਹ ਛੱਡ ਦੇ, ਮਿਰਗੀ ਦਾ ਦੌਰਾ ਹਟ ਜਾਏਗਾ। ਸ਼ਰਾਬ ਛੱਡ ਦਿੱਤੀ, ਮਿਰਗੀ ਦਾ ਦੌਰਾ ਹਟ ਗਿਆ। ਤੇ ਕੁਝ ਸਮਾਂ ਲੰਘਿਆ ਤੇ ਸਾਵਣ ਭਾਦੋਂ ਦੇ ਦਿਨ ਆਏ, ਝੜੀਆਂ ਲੱਗ ਗਈਆਂ ਤੇ ਉਹਦੇ ਸੱਜਣ ਮਿੱਤਰ ਆਏ। ਉਹਨੇ ਕਿਹਾ ਲਿਆਓ ਵੀ ਪੀਏ, ਖਿਮਾ ਕਰਨੀ ਮੈਂ ਲਫ਼ਜ਼ ਵਰਤ ਰਿਹਾ, ਲਿਆਓ ਪੀਏ। ਮਲੂਕਾ ਕਹਿਣ ਲੱਗਾ ਵੀ ਨਹੀਂ, ਮੈਨੂੰ ਸਤਿਗੁਰਾਂ ਦਾ ਹੁਕਮ ਹੈ, ਮੇਰੀ ਮਿਰਗੀ ਹਟਾ ਦਿੱਤੀ ਹੈ। ਸਤਿਗੁਰੂ ਜੀ ਕਿਹੜੇ ਦੇਖਦੇ ਨੇ? ਸਤ ਸੁਣਦਾ ਸਤ ਦੇਖਦਾ। ਸਤਿਗੁਰੂ ਜੀ ਸਦਾ ਸੁਣਦੇ ਨੇ ਤੇ ਸਦਾ ਵੇਖਦੇ ਨੇ। ਇਸ ਪ੍ਰਕਾਰ ਮੈਨੂੰ ਸਤਿਗੁਰਾਂ ਦਾ ਹੁਕਮ ਹੈ, ਮੇਰੀ ਮਿਰਗੀ ਹਟੀ ਹੈ। ਸਤਿਗੁਰੂ ਜੀ ਕਿਹੜੇ ਦੇਖਦੇ ਨੇ? ਉਹਦੇ ਮਿੱਤਰ ਕਹਿਣ ਲੱਗੇ, ਪੀਣ ਲੱਗ ਪਏ। ਦੌਰਾ ਪਿਆ, ਕੋਠੇ ਤੋਂ ਡਿੱਗਾ, ਮਣਕਾ ਟੁੱਟ ਗਿਆ। ਪਹਿਲੋਂ ਜਦੋਂ ਸ਼ਰਾਬ ਦੇ ਨਸ਼ੇ ਵਿੱਚ ਸੀ ਤੇ ਮਹਾਰਾਜ ਸਾਹਿਬ ਜੀ ਨੂੰ ਕਹਿਣ ਲੱਗਾ, ਤਪਿਆ ਜੀ ਮੈਂ ਅੱਜ ਪੀ ਲਈ ਹੈ। ਤੇ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਅੱਜ ਅਸੀਂ ਛੱਡ ਦਿੱਤੀ ਹੈ। ਛੱਡ ਕੀ ਦਿੱਤਾ? ਵੀ ਮਿਰਗੀ ਛੱਡ ਦਿੱਤੀ। ਉਹਨੂੰ ਮਿਰਗੀ ਦਾ ਦੌਰਾ ਪਿਆ, ਪ੍ਰਤੀਤ ਨਹੀਂ ਨਾ ਆਈ, ਯਕੀਨ ਨਹੀਂ ਨਾ ਆਇਆ। ਇੱਥੇ ਲਫ਼ਜ਼ ਪ੍ਰਤੀਤ ਆਇਆ, ਯਕੀਨ ਆਇਆ ਹੈ। ਤੇ ਜੇ ਯਕੀਨ ਆਇਆ ਪ੍ਰੇਮੇ ਕੋੜੀ ਨੂੰ, ਤੇ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਨਾ ਰਾਜੀ ਹੋਇਆ ਤੇ ਚਲੇ ਗਿਆ ਰਿੜ ਖੁੜ ਕੇ ਗੋਇੰਦਵਾਲ ਸਾਹਿਬ। ਮੇਰਾ ਗਿਆ ਕਛੋਟਾ ਲੱਦਾ, ਮੇਰਾ ਗਿਆ ਕਛੋਟਾ ਲੱਦਾ। ਗੁਰੂ ਕੇ ਇਤਿਹਾਸ ਦੇ ਬਚਨ ਨੇ, ਇਉਂ ਬਚਨ ਕਰਦਾ ਰਿਹਾ। ਤੇ ਗੁਰੂ ਕੀ ਸੰਗਤ ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਜਿਹਨੂੰ ਪ੍ਰਤੀਤ ਆਈ, ਮਹਾਰਾਜ ਸਾਹਿਬ ਜੀ ਕਹਿਣ ਲੱਗੇ ਭਈ ਆ ਪ੍ਰੇਮਾ ਕੋੜੀ ਦਾ ਸੰਗਤਾਂ ਨੇ ਦੱਸਿਆ ਵੀ ਮਹਾਰਾਜ ਇੱਕ ਕੋੜੀ ਹੈ, ਤਾਂ ਉਹਦੇ ਤੇ ਕਿਰਪਾ ਕਰੋ। ਮਹਾਰਾਜ ਸਾਹਿਬ ਜੀ ਕਹਿਣ ਲੱਗੇ ਵੀ ਇਹਨੂੰ ਕੋਈ ਆਪਣੀ ਲੜਕੀ ਦਾ ਰਿਸ਼ਤਾ ਕਰੇਗਾ। ਇੱਕ ਭਾਈ ਸੀਆਂ ਉਪਲ, ਜੋ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਸਿੱਖੀ ਪ੍ਰਾਪਤ ਸੀ, ਸੋ ਉਹਨੇ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਮੇਰੀ ਲੜਕੀ ਦਾ ਰਿਸ਼ਤਾ ਕਰ ਦਿਓ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਇਸ ਤਰ੍ਹਾਂ ਨਹੀਂ, ਇਹ ਬੜੇ ਵਿਚਾਰ ਦੀ ਗੱਲ ਹੈ। ਤੁਸੀਂ ਆਪਣੀ ਘਰਵਾਲੀ ਨੂੰ ਲੈ ਕੇ ਆਓ, ਆਪਣੀ ਲੜਕੀ ਨੂੰ ਲੈ ਕੇ ਆਓ, ਤਾਂ ਇੱਥੇ ਫਿਰ ਵਿਚਾਰ ਕਰਾਂਗੇ। ਲੈ ਕੇ ਆਇਆ ਉਪਲ ਪਿੰਡ ਉਸ ਦਾ ਗੁਰੂ ਕੀ ਸੰਗਤ। ਆਣ ਕੇ ਜਦੋਂ ਦੇਖਿਆ ਤੇ ਬੀਬੀਆਂ, ਖਿਮਾ ਕਰਨੀ, ਬੀਬੀਆਂ ਦਾ ਸੁਭਾਅ ਜਿਵੇਂ ਉਹਨਾਂ ਕਿਹਾ ਵੀ ਮੈਂ ਆਪਦੇ ਇਸ ਕੋੜੀ ਦੇ ਨਾਲ ਆਪਣੇ ਲੜਕੀ ਦਾ ਰਿਸ਼ਤਾ ਕਰਾਂ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਬੀਬੀ ਨੂੰ ਕਹੋ ਕਿ ਜਾਓ ਬਰਤਨ ਮਾਂਜੇ ਭਾਂਡੇ। ਬਰਤਨ ਮਾਂਜਣ ਚਲੇ ਗਈ। ਤੇ ਸੇਵਾ ਤੋਂ ਗੁਰੂ ਕੀ ਸੰਗਤ ਕੀ ਨਹੀਂ ਪ੍ਰਾਪਤ ਹੁੰਦਾ? ਗੁਰਸੇਵਾ ਤੇ ਸੁਖ ਪਾਈ ਹੈ, ਹੋਰ ਥੈ ਸੁਖ ਨਾ ਪਾਲ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਭਾਈ ਛੀਏ ਨੂੰ ਉੱਥੇ ਬਿਠਾ ਲਿਆ ਤੇ ਉਸ ਪ੍ਰੇਮੇ ਕੋੜੀ ਦਾ ਜਿਹੜਾ ਜਲ ਸਤਿਗੁਰਾਂ ਦੇ ਇਸ਼ਨਾਨ ਵਾਲਾ ਇੱਕ ਟੋਏ ਦੇ ਵਿੱਚ ਇਕੱਠਾ ਹੁੰਦਾ ਸੀ, ਉਥੋਂ ਇਸ਼ਨਾਨ ਕਰਾਇਆ। ਕੰਚਨ ਵਰਗੀ ਸਦਾ ਰਹੇ ਕੰਚਨ ਸੀ ਕਾਇਆ, ਕਾਲ ਨਾ ਕਹੂੰ ਵਿਆਪੇ। ਕੰਚਨ ਵਰਗੀ ਦੇਹੀ ਹੋ ਗਈ। ਸੋ ਸਤਿਗੁਰੂ ਜੀ ਐਸੇ ਪਾਰਸ ਨੇ ਜੋ ਮਨੂਰ ਤੋਂ ਕੰਚਨ ਕਰ ਦਿੰਦੇ ਨੇ। ਗੁਰੂ ਕੀ ਸੰਗਤ, ਮਨੂਰ ਹੁੰਦਾ ਹੈ ਜਿਹੜਾ ਲੋਹਾ ਕਿਸੇ ਕੰਮ ਨਾ ਆਵੇ, ਉਹਦੇ ਤੋਂ ਕੰਚਨ ਬਣਾ ਦਿੰਦੇ ਨੇ, ਉਹਦੇ ਤੋਂ ਸੋਨਾ ਬਣਾ ਦਿੰਦੇ ਨੇ। ਭਾਵਨਾ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਸ਼ਰਧਾ ਦੇਖਦੇ, ਸਤਿਗੁਰੂ ਜੀ ਭਾਵਨਾ ਦੇਖਦੇ ਨੇ, ਸਰੂਪ ਨੂੰ ਨਹੀਂ ਵੇਖਦੇ ਵੀ ਇਹ ਸੁੰਦਰ, ਇਹ ਸੋਹਣਾ ਹੈ, ਇਹਦੀ ਸ਼ਕਲ ਬਹੁਤ ਹੀ ਵਧੀਆ ਹੈ, ਇਹਦੇ ਤੇ ਕਿਰਪਾ ਕਰਦੀ ਹੈ। ਅੰਦਰ ਦੀ ਸ਼ਕਲ ਬਣਾਉਣੀ ਪੈਂਦੀ ਹੈ, ਅੰਦਰ ਨੂੰ ਸੋਹਣਾ ਬਣਾਉਣਾ ਪੈਂਦਾ ਹੈ। ਫਰੀਦ ਸਾਹਿਬ ਜੀ ਦਾ ਪਾਵਨ ਬਚਨ ਹੈ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵੇ, ਦੋਜਕ ਸੰਧੀ ਪਾਹੇ। ਮੈਨੂੰ ਹਾਫਿਜ਼ ਦੀ ਗੱਲ ਯਾਦ ਆ ਗਈ। ਗੁਰੂ ਕੀ ਸੰਗਤ ਈਰਾਨ ਦਾ ਸੂਫੀ ਫਕੀਰ ਹੋਇਆ ਹੈ, ਉਹਨੂੰ ਖੁਦਾ ਮਿਲਿਆ, ਚੱਲ ਤੇਰੇ ਘਰ ਚਲੀਏ। ਬੰਦਗੀ ਵਾਲਾ ਸੀ, ਚੱਲ ਤੇਰੇ ਘਰ ਚਲੀਏ। ਜਦੋਂ ਦਰਵਾਜ਼ੇ ਤੇ ਆਇਆ ਤਾਂ ਗੁਰੂ ਕੀ ਸੰਗਤ ਖੁਦਾ ਜੀ ਬਾਹਰ ਖਲੋਤੇ ਨੇ ਨਾਲ, ਕਹਿਣ ਲੱਗੇ ਬਈ ਹਾਫਿਜ਼ ਜਾ ਅੰਦਰ ਵੇਖ, ਜਿੱਥੇ ਤੂੰ ਬੈਠਦਾ ਹੁੰਨਾ ਹੈ ਉੱਥੇ, ਜਿੱਥੇ ਮੈਨੂੰ ਬਿਠਾਉਣਾ ਉੱਥੇ ਕੋਈ ਹੋਰ ਤਾਂ ਨਹੀਂ ਬੈਠਾ। ਜਾ ਕੇ ਜਦੋਂ ਦੇਖਿਆ ਤਾਂ ਕਾਮ ਕਰੋ ਲੋਹ ਮੋਹ ਹੰਕਾਰ ਜਿਹੜੇ ਸਾਡੇ ਅੰਦਰ ਵੀ ਬੈਠੇ ਹੋਏ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੇ। ਕਾਮ ਕਰੋ ਲੋਹ ਮੋਹ ਹੰਕਾਰਾ,
ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਸੋ ਖੁਦਾ ਜੀ ਕਹਿਣ ਲੱਗੇ ਹਾਫਜ਼ ਪਹਿਲੋਂ ਅੰਦਰ, ਕਿਉਂਕਿ ਸੇਜ ਦੀ ਸਫਾਈ ਕਰ ਜਿੱਥੇ ਅਸੀਂ ਬੈਠਣਾ ਹੈ। ਕਹਿਣ ਲੱਗਾ ਹਾਫਜ਼ ਕਹਿਣ ਲੱਗਾ ਵੀ ਮੈਂ ਕਾਮ ਨੂੰ ਗੁੱਟੋਂ ਫੜਿਆ, ਬਾਹਰ ਲੈ ਕੇ ਆਇਆ, ਬੜੀ ਜਦੋਜਹਿਦ ਦੇ ਨਾਲ ਉਹਨੂੰ ਬਾਹਰ ਛੱਡ ਕੇ ਕ੍ਰੋਧ ਨੂੰ ਲੈਣ ਵਾਸਤੇ ਗਿਆ। ਕ੍ਰੋਧ ਦੇ ਨਾਲ ਬਹੁਤੀ ਜਦੋਜਹਿਦ ਕਰਨੀ ਪਈ। ਉਹਨੇ ਚਿਰ ਨੂੰ ਅਜੇ ਮੈਂ ਕ੍ਰੋਧ ਨੂੰ ਗੁੱਟੋਂ ਫੜ ਕੇ ਰਾਹ ਦੇ ਵਿੱਚ ਲਈ ਜਾ ਰਿਹਾ ਸੀ ਤੇ ਕਾਮ ਫੇਰ ਅੰਦਰ ਆ ਗਿਆ। ਇਹ ਖਹਿੜਾ ਨਹੀਂ ਛੱਡਦੇ ਆਪਣਾ, ਇਹ 84 ਲੱਖ ਦੇ ਗੇੜੇ ਵਿੱਚ ਆਪਾਂ ਨੂੰ ਇਹਨਾਂ ਨੇ ਪਾਇਆ ਹੋਇਆ ਹੈ। ਇਹਨਾਂ ਦਾ ਤਿਆਗ ਵੀ ਨਹੀਂ ਕਰਨਾ, ਕਿਉਂਕਿ ਕਾਮ ਕਿਸੇ ਸੀਮਤ, ਮੇਰੇ ਬਹੁਤ ਹੀ ਸਤਿਕਾਰਯੋਗ ਗਿਆਨੀ ਮਸਕੀਨ ਜੀ ਕਿਹਾ ਕਰਦੇ ਸਨ ਕਿ ਲੋਭ ਮੋਹ ਹੰਕਾਰ ਦੀ ਸਾਰੇ ਗੱਲ ਕਰਦੇ ਨੇ ਪ੍ਰਚਾਰਕ ਕਥਾਵਾਚਕ। ਜਦੋਂ ਕਾਮ ਦੀ ਗੱਲ ਆਉਂਦੀ ਹੈ ਉੱਥੋਂ ਅਸੀਂ ਸੌੜੀ ਸਾਡੀ ਨਹੀਂ ਅਸੀਂ ਖੁਲਾਸਾ ਕਰ ਸਕਦੇ ਰੋਹ ਵਿਚਾਰ। ਸੋ ਹਾਫਜ਼ ਕਹਿਣ ਲੱਗਾ ਵੀ ਕ੍ਰੋਧ ਨੂੰ ਲੈ ਕੇ ਜਦੋਂ ਮੈਂ ਜਾ ਰਿਹਾ ਸੀ ਤੇ ਕਾਮ ਰਾਹ ਦੇ ਵਿੱਚ ਹੀ ਮੈਨੂੰ ਮਿਲਿਆ ਤੇ ਉਹ ਸਾਰੇ ਫੇਰ ਉੱਥੇ ਕਾਬਜ ਹੋ ਗਏ ਤੇ ਖੁਦਾ ਉਹਨੇ ਚਿਰ ਨੂੰ ਚਲੇ ਗਿਆ। ਜਿੰਨਾ ਚਿਰ ਇਹ ਅੰਦਰੋਂ ਸਫਾਈ ਨਹੀਂ ਨਾ ਹੁੰਦੀ ਗੁਰੂ ਕੀ ਸੰਗਤ, ਪ੍ਰਤੀਤ ਨਹੀਂ ਆਉਂਦੀ, ਯਕੀਨ ਨਹੀਂ ਆਉਂਦੀ, ਰੋਹ ਵਿਚਾਰ। ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਸ਼ਨਾਨ ਕਰਵਾਇਆ, ਪ੍ਰੇਮੇ ਕੋੜੀ ਦੀ ਆਪਣਾ ਚੰਗੇ ਬਸਤਰ ਜਿਹੜੇ ਸਨ ਉਹਨੂੰ ਪਵਾਏ। ਫਿਰ ਕਹਿਣ ਲੱਗੇ ਵੀ ਜਾਓ, ਸ਼ੀਆਂ ਨੂੰ ਕਹਿਣ ਲੱਗੇ, ਭਾਈ ਸ਼ੀਆਂ ਨੂੰ ਵੀ ਆਪਣੀ ਘਰਵਾਲੀ ਨੂੰ ਆਵਾਜ਼ ਮਾਰੋ। ਉਹਨੂੰ ਲਿਆਂਦਾ ਤਾਂ ਉਹ ਰਾਜੀ ਹੋ ਗਈ ਆਪਣੀ ਲੜਕੀ ਦਾ ਰਿਸ਼ਤਾ ਕਰਨ ਵਾਸਤੇ। ਮਹਾਰਾਜ ਸਾਹਿਬ ਜੀ ਨੇ ਆਨੰਦ ਕਾਰਜ ਕੀਤੇ ਤੇ ਉਹਦਾ ਨਾਂ ਸੀ ਮੱਥੋ, ਤੇ ਇਹਦਾ ਨਾਂ ਮਹਾਰਾਜ ਸਾਹਿਬ ਜੀ ਨੇ ਪ੍ਰੇਮੇ ਕੋੜੀ ਦਾ ਰੱਖ ਦਿੱਤਾ ਮੁਰਾਰੀ। ਜਿਨ੍ਹਾਂ ਨੂੰ ਪ੍ਰਤੀਤ ਆਈ ਹੈ, ਜਿਨ੍ਹਾਂ ਨੂੰ ਯਕੀਨ ਆਈ ਹੈ, ਮੈਂ ਇੱਥੇ ਰੁਕਿਆ ਹੋਇਆ ਗੁਰੂ ਕੀ ਸੰਗਤ, ਜਿਨ੍ਹਾਂ ਨੂੰ ਪ੍ਰਤੀਤ ਆਈ ਹੈ, ਜਿਨ੍ਹਾਂ ਨੂੰ ਯਕੀਨ ਆਇਆ ਹੈ। ਪ੍ਰੇਮੇ ਕੋੜੀ ਨੂੰ ਯਕੀਨ ਸੀ ਵੀ ਮੇਰਾ ਵੈਦ ਗੁਰੂ ਗੋਵਿੰਦਾ ਮੈਨੂੰ ਇਹ ਰਾਜੀ ਕਰੇਗਾ। ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੇ ਜਮ ਕੀ ਫੰਦਾ। ਦਾਰੂ ਕੀ ਹੈ ਮੰਨਦਾ, ਹਰ ਹਰ ਨਾਮ ਦਿਓ ਦਾਰੂ, ਤਾਂ ਸਗਲਾ ਰੋਗ ਬਦਾਰੂ। ਕੋਈ ਵੀ ਰੋਗ ਹੋਵੇ, ਆ ਜਿਹੜੇ ਆਪਣੇ ਦਵਾਈਆਂ ਆਪਾਂ ਖਾਂਦੇ ਆ ਨਾ, ਤੁਸੀਂ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਇਹ ਦਵਾਈਆਂ ਛਕੋ, ਆਰਾਮ ਆਉਂਦਾ ਹੈ। ਕਿਉਂ ਨਹੀਂ ਆਉਂਦਾ? ਦਵਾਈਆਂ ਖਾਣੀਆਂ ਪੈਂਦੀਆਂ ਨੇ, ਕਾਹਦੇ ਵਾਸਤੇ ਬਣੀਆਂ ਨੇ। ਪਰ ਐਸੇ ਵੀ ਗੁਰਮੁਖ ਪਿਆਰੇ ਹੈਗੇ ਨੇ ਗੁਰੂ ਕੀ ਸੰਗਤ ਜਿਹੜੇ ਦਵਾਈ ਦਾ ਸੇਵਨ ਹੀ ਨਹੀਂ ਕਰਦੇ। ਸੋ ਪ੍ਰੇਮਾ ਕੋੜੀ ਰਾਜੀ ਹੋਇਆ, ਉਹਦਾ ਨਾਂ ਸੀ ਮੱਥੋ, ਤੇ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਮੰਜੀ ਬਖਸ਼ੀ, ਉਹਨਾਂ ਨੂੰ ਪ੍ਰਚਾਰਕ ਬਣਾਉਣਾ ਕੀਤਾ। ਤੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਕਿਹਾ ਜਿਹੜਾ ਮੱਥੋ ਮੁਰਾਰੀ ਕਹੇਗਾ ਨਾ, ਉਹਨੂੰ ਵੀ ਨਰਕਾਂ ਵਿੱਚ ਜਾਣ ਨਹੀਂ ਜਾਵੇਗਾ, ਉਹਨੂੰ ਵੀ ਸੱਚਖੰਡ ਹਾਜ਼ਰ ਹੋਵੇਗਾ। ਐਸੇ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਦੇ ਜਿਹਨੇ ਪ੍ਰਤੀਤ ਕੀਤੀ ਹੈ, ਜਿਨ੍ਹਾਂ ਨੂੰ ਅਡੋਲਤਾ ਮਿਲ ਗਈ ਹੈ, ਜਿਨ੍ਹਾਂ ਨੇ ਪ੍ਰੇਮ ਕੀਤਾ ਹੈ, ਉਹਨਾਂ ਦਾ ਇਹ ਆਇਆ ਇਸ ਸੰਸਾਰ ਦੇ ਉੱਤੇ ਸਫਲਾ ਹੈ ਜੀ। ਸਬਦੈ ਸਾਧ ਨਾ ਪਾਇਓ, ਮਨ ਹਠ ਕਿਆ ਗੁਣ ਗਾਏ। ਆਪਾਂ ਬਾਣੀ ਪੜ੍ਹਦੇ ਆ ਨਾ ਗੁਰੂ ਕੀ ਸੰਗਤ, ਤੇ ਜੇ ਰਸ ਆਉਣ ਲੱਗ ਪੈਂਦਾ ਹੈ ਨਾ, ਤੇ ਫਿਰ ਸਮਝ ਲਓ ਵੀ ਸਾਡੀ ਕੁਝ ਪ੍ਰਾਪਤੀ ਹੋ ਰਹੀ ਹੈ। ਕਈ ਵਾਰ ਐਸਾ ਹੁੰਦਾ ਹੈ, ਖਿਮਾ ਕਰਨੀ, ਮੈਂ ਆਪਣੀ ਪਬਲਿਸਿਟੀ ਨਹੀਂ ਕਰਨ ਲੱਗਾ, ਇੰਗਲੈਂਡ ਦੇ ਵਿੱਚ, ਯੂਕੇ ਦੇ ਵਿੱਚ ਸੁਖ ਸਾਗ ਰੇਡੀਓ ਹੈ, ਉੱਥੇ ਮੇਰੀ ਸੇਵਾ ਹੈ ਤਕਰੀਬਨ 13-14 ਸਾਲ ਤੋਂ। ਸੋ ਉਸ ਸੁਖ ਸਾਗ ਰੇਡੀਓ ਦੇ ਸੰਚਾਲਕ ਨੇ ਸਰਦਾਰ ਜੋਰਾਵਰ ਸਿੰਘ ਜੀ ਗਾਖਲ, ਬੜੇ ਸੇਵਾ ਭਾਵਨਾ ਵਾਲੇ ਗੁਰੂ ਕੀ ਸੰਗਤ। ਉੱਥੇ ਜਦੋਂ ਮੈਨੂੰ ਫੋਨ ਆਉਂਦੇ ਨੇ ਨਾ, ਧਾਰਮਿਕ ਰੇਡੀਓ ਹੈ, ਕਥਾ ਚੱਲਦੀ ਰਹਿੰਦੀ ਹੈ, ਸ੍ਰੀ ਗੁਰਪ੍ਰਤਾਪ ਸੂਝ ਗ੍ਰੰਥ ਦੀ ਜਦੋਂ ਇੱਥੇ ਭਾਈ ਗੁਰਸੇਵਕ ਸਿੰਘ ਹੋਣਾ ਨੇ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਹੋਣਾ ਨੇ ਕਥਾ ਦਾ ਭੋਗ ਪਾਇਆ ਨਾ, ਸਾਡੀ ਉਹ ਰੇਡੀਓ ਵਾਲੀ ਕਥਾ ਜਿਹੜੀ ਅਰਦਾਸ ਕਰਦਾ ਹੈ ਤੇ ਇੱਥੋਂ ਵਾਲੀ ਕਥਾ ਦਾ ਇੱਕੇ ਦਿਨ ਹੀ ਭੋਗ ਪਿਆ। ਐਸੀ ਗੁਰੂ ਨੇ ਬਖਸ਼ਿਸ਼ ਕੀਤੀ, ਮੇਰੇ ਗਵਾਹ ਨੇ ਗਿਆਨੀ ਗੁਰਸੇਵਕ ਸਿੰਘ ਜੀ ਹੋਣੀ। ਇਸ ਤਰੀਕੇ ਦੇ ਨਾਲ ਗੁਰੂ ਕੀ ਸੰਗਤ, ਸੋ ਉੱਥੇ ਜਦੋਂ ਫੋਨ ਆਉਂਦੇ ਨੇ ਨਾ ਸੰਗਤਾਂ ਦੇ, ਤੇ ਉਹ ਇਹ ਕਹਿੰਦੇ ਨੇ ਵੀ ਗਿਆਨੀ ਜੀ, ਆਪਾਂ ਕਈ ਵਾਰ ਇੱਥੇ ਬਾਬਾ ਜੀ ਕਹਿ ਦਿੰਦੇ, ਭਾਈ ਜੀ ਕਹਿ ਦਿੰਦੇ, ਬਾਹਰਲੀਆਂ ਫੋਰਨ ਕੰਟਰੀਆਂ ਦੇ ਵਿੱਚ ਭਾਈ ਬਖਸ਼ੀਸ਼ ਸਿੰਘ ਜੀ ਰਾਣੀਵਾਲਾ ਵਾਲੇ ਮੇਰੇ ਸ਼ਾਗਿਰਦ ਬੈਠੇ ਨੇ ਸੰਗਤ ਦੇ ਵਿੱਚ, ਇਹਨਾਂ ਨੂੰ ਪਤਾ ਇਸ ਗੱਲ ਦਾ ਭਾਈ। ਸੋ ਉੱਥੇ ਗਿਆਨੀ ਜੀ ਕਿਹਾ ਜਾਂਦਾ ਹੈ, ਆਪ ਵੀ ਜਾਣਦੇ ਹੋ, ਗਿਆਨੀ ਜੀ ਮਨ ਵਸ ਵਿੱਚ ਨਹੀਂ ਆਉਂਦਾ, ਮਨ ਬਹੁਤ ਭਟਕਦਾ ਰਹਿੰਦਾ ਹੈ। ਜਦੋਂ ਗੁਟਕਾ ਫੜ ਕੇ ਬਹਿ ਜਾਂਦੇ ਆ ਉਦੋਂ ਮਨ ਇੱਥੇ ਨਹੀਂ ਹੁੰਦਾ, ਜਦੋਂ ਸਿਮਰਨ ਕਰਨ ਲੱਗਦੇ ਉਦੋਂ ਮਨ ਸਰੀਰ ਦੇ ਵਿੱਚ ਨਹੀਂ ਹੁੰਦਾ। ਗੁਰੂ ਕੀ ਸੰਗਤ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ। ਇਸ ਕਰਕੇ ਗੁਰੂ ਕੀ ਸੰਗਤ, ਮਨ ਜਿਹੜਾ ਹੈ ਨਾ, ਜਦੋਂ ਕਈ ਵਾਰ ਐਸਾ ਹੁੰਦਾ ਹੈ ਕਿ ਬਾਣੀ ਪੜ੍ਹਦਿਆਂ ਪੜ੍ਹਦਿਆਂ ਵਿਰਾਗ ਆਉਂਦਾ, ਨੇਤਰਾਂ 'ਚੋਂ ਜਲ ਜਾਣ ਲੱਗ ਪੈਂਦਾ, ਉਹ ਵੀ ਸਾਡੀ ਕੰਪਲੇਂਟ ਹੁੰਦੀ ਹੈ ਵੀ ਵਿਰਾਗ ਬਹੁਤ ਆਉਂਦਾ। ਉਹ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਵਿਰਾਗ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਅੰਦਰ ਦੀ ਮੈਲ ਜਿਹੜੀ ਉਹ ਨੇਤਰਾਂ ਦੇ ਰਾਹੀਂ ਗੁਰੂ ਕੀ ਸੰਗਤ ਬਾਹਰ ਆਉਂਦੀ ਹੈ, ਮਨ ਦੀ ਮੈਲ ਜਿਹੜੀ ਉਹ ਨੇਤਰਾਂ ਦੇ ਰਾਹੀਂ ਬਾਹਰ ਆਉਂਦੀ ਹੈ। ਵਿਰਾਗ ਦੇ ਨਾਲ ਗੁਰੂ ਕਾ ਪਿਆਰਾ ਕੋਈ ਵੀ ਹੈ ਉਹ ਵਿਰਾਗ ਦੇ ਨਾਲ ਜੁੜਦਾ ਹੈ। ਭਰਤਰੀ ਨੂੰ ਵਿਰਾਗ ਹੋਇਆ, ਇਸੇ ਤਰ੍ਹਾਂ ਅਨੇਕਾਂ ਗੁਰਮੁਖ ਪਿਆਰੇ ਨੇ ਜਿਨ੍ਹਾਂ ਨੂੰ ਵਿਰਾਗ ਹੋਇਆ ਗੁਰੂ ਕੀ ਸੰਗਤ,
ਤੇ ਪਰਮੇਸ਼ਰ ਦੇ ਨਾਲ ਜੁੜੇ। ਰੋਹ ਵਿਚਾਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਸ਼ਬਦੈ ਸਾਧ ਨਾ ਆਇਓ। ਜੇ ਤੇ ਕੀਤੀ ਫਾਰਮੈਲਿਟੀ ਪੂਰੀ ਅਸੀਂ, ਜੇ ਤੇ ਕੀਤਾ ਲੋਕ ਵਿਖਾਵਾ, ਗਲੀਆਂ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨਪੱਗ, ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ। ਐਸੇ ਸੰਤ ਨਾ ਮੋਕੋ ਭਾਵੇ, ਡਾਲਾ ਸਿਓ ਪੇਡਾਂ ਗਟਕਾਵੇ। ਜੇ ਤੇ ਸਾਡੀ ਗੱਲ ਹੈ ਉਹ, ਤੇ ਫਿਰ ਸਵਾਦ ਨਹੀਂ ਆਵੇਗਾ, ਫਿਰ ਫਾਰਮੈਲਿਟੀ ਪੂਰੀ ਹੈ। ਫਿਰ ਘਰਦਿਆਂ ਨੂੰ ਵੀ ਤੰਗ ਕਰਨ ਦੀ ਵਾਲੀ ਗੱਲ ਬਣ ਜਾਂਦੀ ਹੈ ਵੀ ਉੱਚੀ ਉੱਚੀ ਜਪਜੀ ਸਾਹਿਬ ਪੜ੍ਹਨ ਲੱਗ ਪੈਣਾ, ਤੇ ਜੇ ਆਪ ਨੂੰ ਸਵਾਦ ਨਹੀਂ ਆਇਆ, ਜਿਹੜਾ ਸਵਾਦ ਆਇਆ ਹੈ ਉਹ ਪਰਾ ਪਸੰਤੀ ਤੇ ਮਧਮਾ ਬੈਖਰੀ, ਉਹ ਫਿਰ ਬਾਣੀ ਜਿਹੜੀ ਹੈ ਨਾ ਗੁਰਮੁਖ ਰੋਮ ਰੋਮ ਹਰਿ ਧਿਆਵੇ। ਮੈਂ ਐਸੇ ਮਹਾਂਪੁਰਖਾਂ ਦੇ ਦਰਸ਼ਨ ਕੀਤੇ ਨੇ ਗੁਰੂ ਕੀ ਸੰਗਤ, ਬਾਬਾ ਬਿਸ਼ਨ ਸਿੰਘ ਜੀ, ਸੋ ਬਾਬੇ ਬਕਾਲੇ ਵਾਲੇ ਢਿੱਲੇ ਮੱਠੇ ਹੋ ਗਏ, ਬਾਬਾ ਦਇਆ ਸਿੰਘ ਜੀ ਹੁਣਾਂ ਕੋਲ, ਸੁਰ ਸਿੰਘ ਮਹਾਂਪੁਰਖਾਂ ਕੋਲ ਮੈਂ ਉਦੋਂ ਸੇਵਾ ਦੇ ਵਿੱਚ ਸੀ। ਸਾਨੂੰ ਉਹਨਾਂ ਨੇ ਕਿਹਾ ਵੀ ਜਾਓ ਬਾਬਾ ਜੀ ਹੁਣ ਦਾ ਪਤਾ ਲੈ ਕੇ ਆਓ। ਮੈਂ ਮੇਰੇ ਅਤੀ ਸਤਿਕਾਰਯੋਗ ਜਿਨ੍ਹਾਂ ਕੋਲੋਂ ਦਸਮਦੀ ਸੰਥਿਆ ਦਾ ਵੀ ਸੁਭਾਗ ਪ੍ਰਾਪਤ ਹੋਇਆ, ਇਸ ਵੇਲੇ ਮੌਜੂਦਾ ਮੁਖੀ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਦਲ ਦੇ ਸੰਤ ਬਾਬਾ ਅਵਤਾਰ ਸਿੰਘ ਸਾਹਿਬ ਜੀ, ਪੰਥ ਦੀ ਮਾਇਆਨਾਜ ਹਸਤੀ, ਸਾਨੂੰ ਉਹਨਾਂ ਦੇ ਨਾਲ ਮਹਾਂਪੁਰਖਾਂ ਦੇ ਨਾਲ ਤੋਰਿਆ ਉਧਰ ਨੂੰ ਉਹਨਾਂ ਦਾ ਪਤਾ ਲੈਣ ਵਾਸਤੇ। ਜਦੋਂ ਜਾ ਕੇ ਉੱਥੇ ਦਰਸ਼ਨ ਕੀਤੇ, ਉਹਨਾਂ ਦੇ ਡਾਕਟਰ 2-3 ਖੜੇ ਸਨ। ਜਦੋਂ ਟੂਟੀਆਂ ਜੀਆਂ ਲਾ ਕੇ ਦੇਖ ਰਿਹਾ ਸਨ, ਮਹਾਂਪੁਰਖਾਂ ਨੇ ਪੁੱਛਿਆ ਬਾਬੇ ਅਵਤਾਰ ਸਿੰਘ ਜੀ ਹੋਣਾ ਵੀ ਕੀ ਅਵਸਥਾ ਹੈ ਇਹਨਾਂ ਦੀ। ਉਹ ਕਹਿਣ ਲੱਗੇ ਜੀ ਸਤਨਾਮ ਵਾਹਿਗੁਰੂ ਦਾ ਜਾਪ ਸੁਣਦੇ ਅਸੀਂ। ਹਾਲਾਂਕਿ 12-13 ਸਾਲ ਹੋ ਗਏ ਸਨ ਬਾਬਾ ਜੀ ਹੁਣਾਂ ਨੂੰ, ਬਾਬੇ ਬਿਸ਼ਨ ਸਿੰਘ ਜੀ ਹੁਣਾਂ ਨੂੰ ਪਲੰਘੇ ਤੇ ਉੱਤੇ ਬਿਮਾਰ ਹੋਇਆਂ ਨੂੰ। ਇਸ ਕਰਕੇ ਜਿਨ੍ਹਾਂ ਨੂੰ ਸਵਾਦ ਆਇਆ ਗੁਰੂ ਕੀ ਸੰਗਤ, ਉਹਨਾਂ ਦੇ ਗੁਰਮੁਖ ਪਤਾਈ ਵਾਲੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੇ। ਫਿਰ ਇਹ ਜਿਹੜੇ 7.5 ਕਰੋੜ ਜਾਂ ਜਿੰਨੇ ਵੀ ਰੋਮ ਨੇ ਨਾ, ਇਹ ਸਾਰੇ ਹੀ ਜਾਪ ਕਰਨ ਲੱਗ ਪੈਂਦੇ ਨੇ ਗੁਰੂ ਕੀ ਸੰਗਤ। ਫਿਰ ਇੱਕ ਜਪਜੀ ਸਾਹਿਬ ਦਾ ਪਾਠ ਨਹੀਂ, ਫਿਰ 7.5 ਕਰੋੜ ਜਪਜੀ ਸਾਹਿਬ ਦਾ ਪਾਠ ਜਿਹੜਾ ਉਹ ਗੁਰਮੁਖ ਪਿਆਰਾ ਕਰ ਲੈਂਦਾ ਹੈ ਇੱਕ ਜਪਜੀ ਸਾਹਿਬ ਦੇ ਨਾਲ। ਤੇ ਗੁਰੂ ਕੀ ਸੰਗਤ ਇੱਥੇ ਮੈਂ 1 ਮਿੰਟ ਹੋਰ ਬੇਨਤੀ ਕਰਦਾ ਜਾਵਾਂ ਕਿ ਸ੍ਰੀ ਜਪਜੀ ਸਾਹਿਬ ਦਾ ਪਾਠ ਜਿਹੜੇ ਨਿਤਨੇਮ ਕਰਦੇ ਨੇ ਗੁਰੂ ਕੀ ਸੰਗਤ, ਜੇ ਕਰਦੇ ਹੋ ਮੁਬਾਰਕ ਹੈ। ਜਿੰਨਾ ਵੀ ਕਰਦੇ ਹੋ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਹੋਰ ਨਾਲ ਜ਼ਰੂਰ ਕਰਿਆ ਕਰੋ ਗੁਰੂ ਕੀ ਸੰਗਤ, ਬੜਾ ਵੱਡਾ ਮਹਾਤਮ ਹੈ ਜਪਜੀ ਸਾਹਿਬ ਦੇ ਪਾਠ ਤੋਂ। ਭਾਈ ਗੋਪਾਲਾ ਜੀ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਪਣਾ ਤਖਤ ਦੇ ਦੇਣ ਲੱਗੇ ਸਨ, ਪਰ ਇਹ ਸਾਡਾ ਜਿਹੜੀ ਕਲਪਨਾ ਹੈ ਨਾ, ਸੰਕਲਪ ਤੇ ਵਿਕਲਪ, ਉਹ ਸਾਨੂੰ ਬਹੁਤ ਇੱਥੇ ਲਈ ਫਿਰਦੇ ਨੇ। ਰੋਹ ਵਿਚਾਰ ਮਹਾਰਾਜ ਸਾਹਿਬ ਜੀ ਪਾਵਨ ਬਚਨ ਨੇ, ਸ਼ਬਦੈ ਸਾਧਨਾ ਪਾਇਓ। ਜਿਨ੍ਹਾਂ ਨੇ ਸ਼ਬਦ ਜਪਦਿਆਂ ਹੋਇਆਂ, ਗੁਰੂ ਕੀ ਬਾਣੀ ਪੜ੍ਹਦਿਆਂ ਹੋਇਆਂ, ਜਿਨ੍ਹਾਂ ਨੂੰ ਸਵਾਦ ਨਹੀਂ ਆਇਆ, ਮਨ ਹਠ ਕਿਆ ਗੁਣ ਗਾਏ। ਕੀ ਉਹਨਾਂ ਦਾ ਫਾਇਦਾ ਹੈ? ਮਨ ਹੱਠ ਵੀ ਕਰ ਲਿਆ, ਮਨ ਹੱਠ ਕਰੇ ਨਾ ਲੇਖੇ ਪਾਵੇ। ਮਹਾਰਾਜ ਸਾਹਿਬ ਜੀ ਦੇ ਮਨ ਹੱਠ ਕਰਕੇ ਕੋਈ ਜਲ ਧਾਰੇ ਕਰਦਾ ਫਿਰਦਾ ਹੈ, ਕੋਈ ਧੂਣੀਆਂ ਤਾਈ ਫਿਰਦਾ ਹੈ, ਕੋਈ ਜੋਗੀ ਜੰਗਮ ਸਰੇਵੜੇ ਜਿਹੜੇ ਆ ਉਹ ਜੰਗਲਾਂ ਦੇ ਵਿੱਚ ਤੁਰੇ ਫਿਰਦੇ ਨੇ। ਪਰ ਮਹਾਰਾਜ ਸਾਹਿਬ ਜੀ ਕਾਹੇ ਦੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ। ਪੋਹ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਸ਼ਾਈ। ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਕਿਤੇ ਜਾਣ ਦੀ ਲੋੜ ਨਹੀਂ, ਜੋ ਬ੍ਰਹਮੰਡਾ ਸੋਈ ਪਿੰਡਾ, ਜੋ ਖੋਜੈ ਸੋ ਪਾਵੇ। ਕਲਗੀਧਰ ਪਾਤਸ਼ਾਹ ਜੀ ਨੇ ਹਜੂਰ ਸਾਹਿਬ ਆਪਾਂ ਨੂੰ ਵਚਨ ਕਹੇ ਨੇ ਨਾ, ਸੋ ਜੋ ਪ੍ਰਭ ਕੋ ਮਿਲਬੋ ਚਾਹੈ, ਖੋਜ ਸ਼ਬਦ ਮੈਂ ਲੈ। ਬੰਦੇ ਖੋਜ ਦਿਲ ਹਰ ਰੋਜ਼, ਇੱਕ ਦਿਨ ਨਹੀਂ, ਰੋਜ਼ਾਨਾ ਦਾ ਨਿਤਨੇਮ ਖੋਜਣਾ ਹੈ, ਵਿਚਾਰਨਾ ਹੈ। ਵਿਚਾਰ ਮਾਰੇ ਤਰੇ ਤਾਰੇ, ਉਲਟ ਜੋਨ ਨਾ ਆਵੇ। ਜਿਹੜਾ ਵਿਚਾਰ ਕਰਦਾ ਗੁਰੂ ਕੀ ਬਾਣੀ ਦੀ, ਜਿਹੜਾ ਵਿਚਾਰ ਕਰਕੇ ਚੱਲਦਾ ਹੈ ਗੁਰੂ ਕੀ ਸੰਗਤ, ਉਹਨੂੰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਣ ਦਿੰਦਾ ਉਹ ਅਕਾਲ ਪੁਰਖ ਵਾਹਿਗੁਰੂ। ਸਭ ਨਿਧਾਨ 10 ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਸੋ ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਇਹ ਜਿਨ੍ਹਾਂ ਦੇ ਬਚਨ ਨੇ, ਉਹਨਾਂ ਨੇ ਹੱਠ ਨਹੀਂ ਕੀਤਾ। ਸਹਿਜ ਸੁਭਾਏ ਮਿਲੇ ਗੋਪਾਲਾ, ਸੁਤੇ ਸੇਧੀ। ਸੋ ਜਿਸ ਤਰ੍ਹਾਂ ਬਾਲ ਅਵਸਥਾ ਹੁੰਦੀ ਹੈ ਨਾ, ਚਤਰਾਈ ਕਿਨੇ ਨਾ ਪਾਇਆ, ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਚਤਰਾਈ ਸਿਆਣਪਾ ਕਿਤੇ ਕਾਮ ਨਾ ਆਈ ਹੈ। ਜਿੰਨੀਆਂ ਮਰਜ਼ੀ ਕੋਈ ਚਤਰਾਈਆਂ, ਡਿਗਰੀਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ। ਜੇ ਕੋਈ ਆਖੇ ਵੀ ਮੈਂ ਬਹੁਤੀਆਂ ਡਿਗਰੀਆਂ ਕਰ ਲਈਆਂ ਨੇ, ਯੂਨੀਵਰਸਿਟੀ ਪੜ੍ਹ ਲਈ ਹੈ, ਕੋਈ ਇੰਜੀਨੀਅਰ ਬਣ ਗਿਆ ਹਾਂ, ਕੋਈ ਡਾਕਟਰ ਬਣ ਗਿਆ ਹਾਂ, ਇਹਨਾਂ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਸਤ ਸੰਗਤ ਕਰਨ ਦੇ ਨਾਲ। ਸਤ ਸੰਗਤ ਕੈਸੀ ਜਾਣੀ ਹੈ? ਜਿੱਥੇ ਏਕੋ ਨਾਮ ਮੁਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰਾਂ ਨੇ ਗੁਰਾ ਇੱਕ ਦੇਹ ਬੁਝਾਈ। ਇੱਕ ਕਿਰਪਾ ਕਰਕੇ ਸਾਨੂੰ ਇਹ ਸਮਝਾ ਦਿਓ ਮਹਾਰਾਜ, ਮਨ ਹੱਠ ਕਿਆ ਗੁਣ ਗਾਏ। ਜਿਹੜਾ ਮਨ ਹੱਠ ਕਰਕੇ
ਸੋ ਸਿਮਰਨ ਕਰਨ ਲੱਗ ਪੈਂਦਾ ਹੈ, ਜਾਪ ਕਰਨ ਲੱਗ ਪੈਂਦਾ ਹੈ ਮਹਾਰਾਜ ਜੀ, ਉਹਨਾਂ ਦੇ ਗੁਣ ਗਾਉਣ ਦਾ ਕੋਈ ਏਡਾ ਲਾਭ ਨਹੀਂ ਹੈ ਜੀ। ਨਾਨਕ ਆਇਆ ਸੋ ਪਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਆਇਆ ਸੰਸਾਰ ਤੇ ਆਇਆ ਸਫਲ, ਤਾਹੂ ਕਾ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਇਆ ਸਫਲ ਤਾਹੂ ਕਾ ਗਨੀਐ, ਜਾਸ ਰਸਨ ਹਰ ਹਰ ਜਸ ਭਨੀਐ। ਆਏ ਬਸੇ ਸਾਧੂ ਕੇ ਸੰਗੇ, ਅਨੰਦਨ ਨਾਮ ਧਿਆਵੇ ਰੰਗੇ। ਰਾਤ ਦਿਨ ਮੈਂ ਪਹਿਲੋਂ ਬੇਨਤੀ ਕੀਤੀ ਹੈ ਗੁਰੂ ਕੀ ਸੰਗਤ, ਅੱਖਾਂ ਮੀਟ ਕੇ, ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਲਿਖਿਆ ਵੀ ਅੱਖਾਂ ਮੀਟ ਕੇ ਬਹਿ ਕੇ ਜਾਪ ਕਰਨ ਵਾਸਤੇ ਮਹਾਰਾਜ ਸਾਹਿਬ ਜੀ ਨੇ ਸਾਨੂੰ ਇਸ਼ਾਰਾ ਕੀਤਾ ਹੋਵੇ। ਨਹੀਂ, ਕੰਮ ਕਰਦਿਆਂ ਨੇਤਰ ਖੁੱਲਿਆਂ, ਕਿਉਂਕਿ ਗੁਰਮੁਖ ਮਾਇਆ ਵਿੱਚ ਉਦਾਸੀ। ਜੇ ਮਾਇਆ ਸਾਹਮਣੇ ਹੈ ਤੇ ਉਹਦੇ ਵੱਲ ਧਿਆਨ ਨਾ ਜਾਵੇ। ਇਹ ਨਹੀਂ ਮਾਇਆ ਦਾ ਤਿਆਗ ਵੀ ਨਹੀਂ ਕਰਨਾ, ਮਾਇਆ ਦੀ ਲੋੜ ਵੀ ਹੈ, ਮਾਇਆ ਗੁਜਰਾਨ ਹੈ। ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ਾਹ ਦੌਲਾ ਫਕੀਰ ਨੂੰ ਇਹ ਬਚਨ ਕਹੇ ਸਨ ਨਾ, ਮਾਇਆ ਗੁਜਰਾਨ ਹੈ, ਪੁੱਤਰ ਨਿਸ਼ਾਨ ਹੈ, ਇਸਤਰੀ ਈਮਾਨ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਮਨ ਨਾਨਕ ਆਇਆ ਸੋ ਪ੍ਰਵਾਨ ਹੈ। ਉਹ ਪ੍ਰਵਾਨ ਨੀਕ ਹੈ ਇਸ ਸੰਸਾਰ ਦੇ ਉੱਤੇ ਆਇਆ, ਜਿਹਨੇ ਆਪਣੇ ਸਵਾਸ ਸਫਲੇ ਕਰਨ ਦਾ ਯਤਨ ਕੀਤਾ ਹੈ। ਯਤਨ ਕਰਨਾ ਚਾਹੀਏ। ਸੋ ਇਸ ਪ੍ਰਕਾਰ ਸਰੰਜਾਮ ਲਾਗ ਭਵਜਲ ਤਰਨ ਕੈ, ਰੋਜ਼ਾਨਾ ਪੜ੍ਹਦੇ ਆਪਾਂ ਸ੍ਰੀ ਰਹਿਰਾਸ ਦੇ ਵਿੱਚ। ਸਰੰਜਾਮ ਹੁੰਦੇ ਨੇ ਯਤਨ, ਯਤਨ ਕਰਨੇ ਚਾਹੀਦੇ ਹਨ ਸਾਨੂੰ। ਸੋ ਇਸ ਸੰਸਾਰ ਸਮੁੰਦਰ ਤੋਂ, ਭੈਦਾਇਕ ਸੰਸਾਰ ਸਮੁੰਦਰ ਜਿਹੜਾ, ਇਹਦੇ ਤੋਂ ਗੁਣ ਉਸ ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਦਿਨ ਰਾਤ ਜਦੋਂ ਵੀ ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬੀਸ਼ਰਾ ਤਾਹੀ ਕੇ ਸੰਗ ਲਾਗ। ਕਬੀਰ ਸੂਤਾ ਕਿਆ ਕਰੇ, ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਵਨ ਹੋਏਗੋ ਲਾਂਬੇ ਗੋਡ ਬਸਾਰ। ਆਇਆ ਸੋ ਪ੍ਰਵਾਨ ਹੈ, ਜੇ ਗੁਰਮੁਖ ਸੱਚ ਸਮਾਏ। ਜਿਹੜੇ ਗੁਰਮੁਖ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਮਾ ਜਾਂਦੇ ਹਨ, ਅਭੇਦ ਹੋ ਜਾਂਦੇ ਹਨ, ਉਹਨਾਂ ਦਾ ਇਸ ਸੰਸਾਰ ਤੇ ਆਇਆ ਪ੍ਰਵਾਨ ਹੈ ਜੀ। ਮਹਲਾ ਤੀਜਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ। ਆਪਣਾ ਆਪ ਨਾ ਪਛਾਣੈ ਮੂੜਾ, ਅਵਰਾ ਆਖ ਦੁਖਾਏ। ਹੋਰਨਾਂ ਦਾ ਹਿਰਦਾ ਦਿਖਾਉਣਾ, ਇੱਥੇ ਆਪਾਂ ਅਨਵੇਂ ਵੀ ਅਰਥ ਕਰ ਲਵਾਂਗੇ ਤੇ ਕੋਈ ਠੀਕ ਹੈ। ਅਵਰਾ ਆਖ ਦੁਖਾਏ, ਹੋਰਨਾਂ ਦਾ ਹਿਰਦਾ ਦਿਖਾਉਣਾ। ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਮੈਂ ਆਪਣੇ ਨਗਰ ਦੀ ਇੱਕ ਛੋਟੀ ਜਿਹੀ ਸਾਖੀ ਆਪ ਜੀ ਦੇ ਨਾਲ ਬਿਆਨ ਕਰਕੇ ਅੱਗੇ ਚੱਲਾਂਗਾ। ਗੁਰੂ ਕੀ ਸੰਗਤ ਦਾਸ ਦਾ ਨਗਰ ਸੰਗਤਪੁਰਾ ਹੈ। ਉੱਥੇ ਸੋ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਉਦਾਸੀ ਮਹਾਤਮਾ ਹੋਏ ਨੇ ਗੁਰੂ ਕੀ ਸੰਗਤ ਬਾਬਾ ਦਰਸ਼ਨ ਦਾਸ ਜੀ। ਸਾਡੇ ਬਜ਼ੁਰਗ ਮੇਰੇ ਪਿਤਾ ਜੀ ਦੱਸਿਆ ਕਰਦੇ ਸਨ, ਉਹਨਾਂ ਨੇ ਦਰਸ਼ਨ ਕੀਤੇ ਨੇ ਉਹਨਾਂ ਦੇ, ਵੀ ਜਦੋਂ ਆਸ਼ਰਮਾਂ ਦੇ ਵਿੱਚ, ਪੜਾਵਾਂ ਦੇ ਵਿੱਚ, ਡੇਰਿਆਂ ਦੇ ਵਿੱਚ ਹੁਣ ਤੇ ਰੁੱਖ ਬੋਹੜ ਪਿੱਪਲ ਦਿਸਦੇ ਨਹੀਂ, ਬੋਹੜ ਪਿੱਪਲ ਸਨ, ਉਹ ਅਸੀਂ ਵੀ ਵੇਖੇ ਨੇ, ਹੁਣ ਨਹੀਂ ਉੱਥੇ। ਸੋ ਉਹਨਾਂ ਬੋਹੜ ਪਿੱਪਲਾਂ ਦੇ ਹੇਠਾਂ 100-100, 150-150 ਸਾਧੂ ਜਿਹੜਾ ਉਹ ਪੜ੍ਹਾਉਂਦੇ ਸਨ। ਜਦੋਂ ਪ੍ਰਸ਼ਾਦਾ ਛਕਿਆ ਕਰਦੇ ਸਨ, ਛੋਟੀ ਸਾਖੀ ਹੈ, ਪ੍ਰਸ਼ਾਦਾ ਛਕਿਆ ਕਰਦੇ ਸਨ ਮਹਾਂਪੁਰਸ਼, ਤੇ ਜੇ ਕਿਤੇ ਉੱਥੇ ਕੀੜਾ ਕਿਤੇ ਚੜ੍ਹ ਜਾਂਦਾ ਸੀ ਨਾ ਪ੍ਰਸ਼ਾਦਾ ਛਕਦਿਆਂ ਤੋਂ, ਤੇ ਜਿਹੜੀ ਇੱਥੇ ਬੁਰਕੀ ਗਈ ਹੁੰਦੀ ਸੀ ਨਾ ਚਿਹਰੇ ਦੇ ਲਾਗੇ, ਮੂੰਹ ਦੇ ਲਾਗੇ, ਉਸ ਬੁਰਕੀ ਦੇ ਉੱਤੇ ਕੀੜੇ ਨੂੰ ਚੜ੍ਹਾ ਕੇ ਤੇ ਫੇਰ ਥੱਲੇ ਲਾਇਆ ਕਰਦੇ ਸਨ। ਪਰਉਪਕਾਰ ਨਿਤ ਚਿਤਵਦੇ ਨਾ ਹੀ ਕਛ ਪੋਜ, ਕੀੜੇ ਦਾ ਵੀ ਹਿਰਦਾ ਨਹੀਂ ਦਿਖਾਉਣਾ। ਤੇ ਅਸੀਂ ਸੋ ਕੋਸ਼ਿਸ਼ ਕਰਦੇ ਹਾਂ ਵੀ ਅਗਲੇ ਦਾ ਹਿਰਦਾ ਦੁਖੇ, ਕੋਸ਼ਿਸ਼ ਕਰਨੀ ਚਾਹੀਦੀ ਹੈ ਗੁਰੂ ਕੀ ਸੰਗਤ, ਕਿਸੇ ਦਾ ਹਿਰਦਾ ਨਾ ਦੁਖੇ, ਕਿਉਂਕਿ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਾਰਿਆਂ ਦੇ ਹਿਰਦਿਆਂ ਦੇ ਵਿੱਚ ਜੋ ਖੋਜੇ ਸੋ ਪਾਵੇ, ਇਹੀ ਖੋਜ ਕਰਨ ਦੀ ਲੋੜ ਹੈ। ਆਪਣਾ ਆਪ ਨਾ ਪਛਾਣੇ ਮੂੜਾ, ਆਪਣੇ ਆਪ ਦੀ ਪਛਾਣ ਨਹੀਂ ਕੀਤੀ ਕਿ ਕੀ ਹਿਰਦੇ ਦੇ ਵਿੱਚ ਮੈਂ ਕਪਟ ਨਹੀਂ ਰੱਖਦਾ, ਕਿਸੇ ਪ੍ਰਤੀ ਚੁਗਲੀ ਨਿੰਦਿਆ ਦੀ ਮੇਰੇ ਮਨ ਦੇ ਵਿੱਚ ਕੋਈ ਵਿਚਾਰ ਤਾਂ ਨਹੀਂ। ਇਹ ਜਿਹੜੇ ਵਿਕਾਰ ਨੇ ਨਾ, ਰਹਿਤ ਰਹਿਤ ਰਜਾਇ ਵਿਕਾਰ ਹੈ, ਰਹਿਤਾਂ ਰੱਖਦਿਆਂ ਰੱਖਦਿਆਂ ਵਿਕਾਰ ਦੂਰ ਹੋਣਗੇ। ਗੁਰੂ ਕੀ ਸੰਗਤ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਿਸੇ ਦਾ ਹਿਰਦਾ ਨਾ ਦਿਖਾ ਭਲਿਆ। ਮੁੰਡੇ ਦੀ ਖਸਲਤ ਨਾ ਗਈਆ ਅੰਦੇ, ਵਿਛੜ ਝੋਟਾ ਖਾਏ। ਤੇਰੀ ਇੱਕ ਆਦਤ ਨਹੀਂ ਜਾ ਰਹੀ। ਮੁੰਡੇ ਦੀ ਖਸਲਤ ਨਾ ਗਈਆ ਅੰਧੇ, ਅਗਿਆਨੀਆਂ। ਅਗਿਆਨੀ ਕੌਣ ਹੈ ਗੁਰੂ ਕੀ ਸੰਗਤ? ਜਿਹਨੂੰ ਗਿਆਨ ਨਹੀਂ ਹੈ। ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਹੈ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਸੋ ਗਿਆਨ ਅੰਜਨ ਜਾ ਕੀ ਨੇਤਰੀ ਪੜਿਆ, ਤਾਂ ਕੋ ਸਰਬ ਪ੍ਰਗਾਸਾ। ਅਗਿਆਨ ਅੰਧੇਰੇ ਸੂਝਸ ਨਾਹੀ, ਬੌੜ ਬੌੜ ਪਰਮਾਤਾ। ਜਿਹੜਾ ਅਗਿਆਨੀ ਹੈ ਨਾ ਗੁਰੂ ਕੀ ਸੰਗਤ,
ਉਹਦੀ ਤੇ ਇਹ ਆਦਤ ਨਹੀਂ ਜਾਂਦੀ ਕਿਸੇ ਦਾ ਹਿਰਦਾ ਦਿਖਾਉਣ ਵਾਲੀ। ਪਹਿਲੀ ਪੰਕਤੀ, ਕਿਸੇ ਦਾ ਹਿਰਦਾ ਦਿਖਾਉਣ ਵਾਲੀ ਉਹਦੀ ਆਦਤ ਨਹੀਂ ਜਾਂਦੀ। ਜਿਹਨੂੰ ਗਿਆਨ ਹੋ ਜਾਂਦਾ, ਜਿਹਨੂੰ ਸੋਝੀ ਆ ਜਾਂਦੀ ਹੈ, ਉਹ ਕਿਸੇ ਦਾ ਹਿਰਦਾ ਨਹੀਂ ਦਿਖਾਉਂਦਾ। ਸੋ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਵਿਛੜ ਚੋਟਾਂ ਖਾਏ। ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਵਿਛੜਿਆ ਹੋਇਆ ਤੂੰ ਜਮਾਂ ਦੀਆਂ ਚੋਟਾਂ ਖਾ ਰਿਹਾ ਹੈ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਰਹਿ ਅੰਕ ਸਮਾਏ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਧੰਨ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਸਜੇ ਬੈਠੇ ਨੇ। ਸੰਗਤਾਂ ਕੁਝ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਪੜ੍ਹਦੀਆਂ ਜੋਟੀਆਂ ਦਾ ਕੀਰਤਨ ਕਰਦਿਆਂ ਆ ਰਹੇ ਨੇ ਗੁਰੂ ਕੀ ਸੰਗਤ। ਤਾਂ ਸਤਿਗੁਰੂ ਜੀ ਕਾਹਲੀ ਨਾਲ ਉੱਠੇ, ਗੋਡੇ ਤੇ ਸੱਟ ਲੱਗ ਗਈ। ਹਜ਼ੂਰੀ ਸਿੱਖਾਂ ਨੇ ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਕਿਉਂ ਕਾਹਲੀ ਕੀਤੀ ਆਪ ਜੀ ਨੇ? ਸੋ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਕਿ ਸਤਿਗੁਰਾਂ ਦੀ ਬਾਣੀ ਪੜ੍ਹਦੀਆਂ ਸੰਗਤਾਂ ਆ ਰਹੀਆਂ ਸਨ, ਅਸੀਂ ਉਹਨਾਂ ਦੇ ਸਤਿਕਾਰ ਵਿੱਚ ਉੱਠੇ ਹਾਂ। ਅੱਜ ਗੁਰੂ ਕੀ ਸੰਗਤ ਅਜੋਕੇ ਸਮੇਂ ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਸਰੂਪ ਜਾਂਦਾ ਹੈ ਨਾ ਕਾਰਾਂ ਦੇ ਵਿੱਚ, ਤੇ ਲੀਡਰ ਲੋਕ, ਖਿਮਾ ਕਰਨੀ ਮੈਂ ਕਿਸੇ ਦਾ ਵਿਰੋਧੀ ਨਹੀਂ, ਜਿੰਨੀਆਂ ਮਰਜ਼ੀ ਭਾਵੇਂ 10 ਬੱਤੀਆਂ ਲਾਉਣ, ਉਹਨਾਂ ਦੇ ਗੱਡੀਆਂ ਦੇ ਉੱਤੇ ਬੱਤੀ ਲੱਗੀ ਹੁੰਦੀ ਹੈ ਕਿ ਦੂਰੋਂ ਵੇਖਣ ਵਾਲਾ ਆਖੇ ਵੀ ਇਹ ਲੀਡਰ ਜਾ ਰਿਹਾ ਹੈ। ਅੱਜ ਦੁਖਾਂਤ ਇਹ ਹੈ ਗੁਰੂ ਕੀ ਸੰਗਤ ਸਾਡਾ ਕਿ ਅਸੀਂ ਆਪਣੇ ਵਾਸਤੇ ਤੇ ਇਕੱਲੇ ਜੀ ਨੇ ਗੱਡੀਆਂ ਰੱਖੀਆਂ ਹੋਈਆਂ ਨੇ, ਪਰ ਗੁਰਦੁਆਰੇ ਸਾਹਿਬਾਂ ਦੇ ਵਿੱਚ ਨਾ ਅਸੀਂ ਡਰਾਈਵਰ ਰੱਖ ਸਕਦੇ ਹਾਂ ਤੇ ਨਾ ਅਸੀਂ ਗੱਡੀ ਰੱਖ ਸਕਦੇ ਹਾਂ। ਉਸ ਸਾਡੇ ਇੰਗਲੈਂਡ ਦੇ ਵਿੱਚ ਵੀ ਇਹੀ ਹਾਲ ਹੈ। ਮੈਂ ਬਹੁਤ ਵਾਰ ਉਹਨਾਂ ਨੂੰ ਬੇਨਤੀ ਕੀਤੀ ਹੈ, ਗੋਡਿਆਂ ਦੇ ਉੱਤੇ, ਪੱਟਾਂ ਦੇ ਉੱਤੇ, ਖਿਮਾ ਕਰਨੀ ਮੈਂ ਲਫ਼ਜ਼ ਵਰਤਿਆ ਹੈ, ਸੋ ਮਹਾਰਾਜ ਸਾਹਿਬ ਦਾ ਸਰੂਪ ਰੱਖਿਆ ਹੋਣਾ, ਸੁਭਾਏਮਾਨ ਕੀਤਾ ਹੋਣਾ, ਡਰਾਈਵਰ ਬੈਠਾ ਹੋਣਾ, 2 ਸਿੰਘ ਮਗਰ ਬੈਠੇ ਹੋਣੇ, ਨਾ 5 ਨਾ 7 ਤੇ ਨਾ ਅੱਗੇ ਜਲ ਤੇ ਨਾ ਚੌਰ ਡੈਸ਼ਬੋਰਡ ਤੇ ਰੱਖਿਆ ਹੋਣਾ। ਤਾਂ ਇਸ ਤਰ੍ਹਾਂ ਮਹਾਰਾਜ ਸਾਹਿਬ ਜੀ ਕੀ ਨਰਾਦਰੀ ਨਹੀਂ ਅਸੀਂ ਕਰਦੇ ਗੁਰੂ ਕੀ ਸੰਗਤ? ਇਹਦੇ ਵਿੱਚ ਨਰਾਦਰੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਦੋਂ ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਸਤਿਕਾਰ ਕੀਤਾ ਨਾ ਤੇ ਚੋਟ ਲੱਗ ਗਈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਿਉਂ ਕਾਹਲੀ ਕੀਤੀ? ਸਤਿਗੁਰੂ ਜੀ ਕਹਿਣ ਲੱਗੇ, ਅਸੀਂ ਮਹਾਰਾਜ ਸਾਹਿਬ ਜੀ ਦੀ ਬਾਣੀ ਪੜ੍ਹਦੀਆਂ ਆ ਰਹੀਆਂ ਸਨ ਸੰਗਤਾਂ, ਉਹਨਾਂ ਦੇ ਸਤਿਕਾਰ ਵਿੱਚ ਉੱਠੇ ਹਾਂ। ਤੇ ਸਾਹਿਬਾਂ ਨੇ ਉਸੇ ਵੇਲੇ ਪਾਵਨ ਬਚਨ ਜੋ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਅੰਕਿਤ ਹਨ, ਭਾਈ ਸੰਤੋਖ ਸਿੰਘ ਜੀ ਨੇ ਕੀਤੇ। ਸੋ ਸਾਹਿਬਾਂ ਦੇ ਪਾਵਨ ਬਚਨ ਨੇ, ਜਿਨ ਪੈ ਅਦਬ ਨਾ ਬਾਣੀ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਅਸੀਂ ਕਹਿੰਦੇ ਸਾਡਾ ਕੋਈ ਸਤਿਕਾਰ ਨਹੀਂ ਕਰਦਾ, ਅਸੀਂ ਕਹਿੰਦੇ ਸਾਨੂੰ ਕੋਈ ਜੀਵ ਆਇਆ ਨਹੀਂ ਕਹਿੰਦਾ। ਜਦੋਂ ਅਸੀਂ ਗੁਰੂ ਕੀ ਬਾਣੀ ਦਾ ਸਤਿਕਾਰ ਨਹੀਂ ਕਰਦੇ ਤੇ ਫਿਰ ਸਾਡਾ ਸਤਿਕਾਰ ਕੌਣ ਕਰੇਗਾ? ਗੁਰੂ ਕੀ ਸੰਗਤ। ਸਤਿਗੁਰ ਕੈ ਭੈ ਭੰਨ ਨਾ ਘੜਿਓ, ਆਪਣੇ ਆਪ ਦੀ ਘਾੜਤ ਨਹੀਂ ਘੜੀ, ਸਤਿਗੁਰਾਂ ਦੇ ਭੈ ਵਿੱਚ ਰਹਿ ਕਰਕੇ ਸੋ ਰਹੇ ਅੰਕ ਸਮਾਏ। ਜਿਨ੍ਹਾਂ ਨੇ ਭੈ ਵਿੱਚ ਰਹੇ ਨੇ ਉਹ ਗੁਰੂ ਦੇ ਨਾਲ ਅਭੇਦ ਹੋ ਗਏ ਨੇ ਗੁਰੂ ਕੀ ਸੰਗਤ। ਅਨ ਦਿਨ ਸਹਸਾ ਕਦੇ ਨਾ ਚੂਕੈ, ਬਿਨ ਸ਼ਬਦੈ ਦੁੱਖ ਪਾਏ। ਉਹਨਾਂ ਦੀ ਜਿਨ੍ਹਾਂ ਨੇ ਭੈ ਵਿੱਚ ਨਹੀਂ, ਜਿਨ੍ਹਾਂ ਨੇ ਅਦਬ ਨਹੀਂ ਕੀਤਾ, ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਸੋ ਕਦੇ ਵੀ ਸਹਿਸਾ ਜਿਹੜੀ ਹੈ ਨਾ, ਚਿੰਤਾ ਕਦੀ ਦੂਰ ਨਹੀਂ ਹੁੰਦੀ। ਮਹਾਰਾਜ ਸਾਹਿਬ ਜੀ ਦੇ ਪਾਵਨ ਬਚਨ ਨੇ ਗੁਰੂ ਕੀ ਸੰਗਤ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਅਸੀਂ ਕਦੀ ਚਿੰਤਾ ਕੀਤੀ ਹੈ ਵੀ ਅੰਮ੍ਰਿਤ ਵੇਲੇ ਉੱਠਣ ਦੀ ਸਾਨੂੰ ਜ਼ਰੂਰਤ ਹੈ? ਕਦੀ ਨਹੀਂ ਚਿੰਤਾ ਕੀਤੀ, ਨਾ ਚਿੰਤਾ ਕਰਨੀ ਚਾਹੀਦੀ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤੇਸੀ ਹੈ। ਇਹ ਵੀ ਇੱਕ ਗੋਝ ਦਾ ਬਚਨ ਹੈ ਗੁਰੂ ਕੀ ਸੰਗਤ, ਧਿਆਨ ਨਾਲ ਸੁਣਨ ਵਾਲਾ ਬਚਨ ਹੈ। ਰਾਤ ਨੂੰ ਜਦੋਂ ਅਸੀਂ ਰਹਿਰਾਸ ਸਾਹਿਬ ਜੀ ਦਾ ਪਾਠ ਕਰਕੇ ਸ਼ਾਮ ਨੂੰ ਤੇ ਆਪਣੇ ਬਿਸਤਰੇ ਤੇ ਆਪਣੇ ਬੈੱਡ ਤੇ ਬਰਾਜਣ ਲੱਗਦੇ ਹਾਂ, ਉਦੋਂ ਸੋਹਲੇ ਸਾਹਿਬ ਦਾ ਪਾਠ ਕਰਨਾ ਚਾਹੀਦਾ ਹੈ। ਸੋ ਉਸ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਜੇ ਤੁਸੀਂ ਬੇਨਤੀ ਕਰੋਗੇ ਨਾ ਵੀ ਮਹਾਰਾਜ ਮਨ ਦੇ ਵਿੱਚ ਟਾਈਮ ਰੱਖਿਓ, ਸਤਿਗੁਰਾਂ ਨੂੰ ਟਾਈਮ ਦੱਸਣ ਦੀ ਲੋੜ ਨਹੀਂ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚੌਂਕੀਦਾਰਾ ਕਰਦੇ ਨੇ। ਭਾਈ ਜੋਗਾ ਸਿੰਘ ਦਾ ਚੌਂਕੀਦਾਰਾ ਕੀਤਾ ਨਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਬਚਾਇਆ ਨਾ ਗੁਰੂ ਕੇ ਸਿੱਖ ਨੂੰ। ਸਤਿਗੁਰੂ ਜੀ ਵੀ ਸਾਡਾ ਚੌਂਕੀਦਾਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਦੇ ਨੇ, ਸਾਨੂੰ ਅੰਮ੍ਰਿਤ ਵੇਲੇ ਜਗਾਉਂਦੇ ਨੇ। ਪਰ ਸਾਡੇ ਮਨ ਦੀ ਭਾਵਨਾ ਹੋਣੀ ਚਾਹੀਦੀ ਹੈ, ਸਾਡੇ ਮਨ ਦੀ ਸ਼ਰਧਾ ਹੋਣੀ ਚਾਹੀਦੀ ਹੈ। ਅੰਦਨ ਸਹਿਸਾ ਕਦੇ ਨਾ ਚੁੱਕੈ। ਮਹਾਰਾਜ ਸਾਹਿਬ ਜੀ ਕਹਿੰਦੇ ਰਾਤ ਦਿਨ ਉਹਨਾਂ ਦੀ ਚਿੰਤਾ ਕਦੇ ਵੀ ਦੂਰ ਨਹੀਂ ਹੁੰਦੀ। ਕਿਹਦੀ ਜੀ? ਬਿਨ ਸ਼ਬਦ ਹੈ ਦੁੱਖ ਪਾਏ। ਜਿਨ੍ਹਾਂ ਨੇ ਸ਼ਬਦ ਦੀ ਆਰਾਧਨਾ ਨਹੀਂ ਕੀਤੀ, ਜਿਨ੍ਹਾਂ ਨੇ ਜਾਪ ਨਹੀਂ ਕੀਤਾ, ਉਹਨਾਂ ਨੂੰ ਦੁੱਖ ਕਿਹੜਾ? ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਯਾਰ ਗਰਭ ਬਸੇਰਾ। ਕਿਹੜਾ ਦੁੱਖ? ਜਨਮ ਮਰਨ ਦਾ ਦੁੱਖ, ਜਿਹੜੇ ਜਨਮ ਮਰਨ ਦੇ ਗੇੜੇ ਵਿੱਚ ਅਸੀਂ ਪਏ ਹੋਏ ਹਾਂ। ਜਿਨ੍ਹਾਂ ਦੀ ਚਿੰਤਾ ਨਹੀਂ ਦੂਰ ਹੁੰਦੀ, ਸੋ ਚਿੰਤਾ ਅੰਦਨ ਸਹਿਸਾ ਕਦੇ ਨਾ ਚੁੱਕੈ। ਉਹਨਾਂ ਦੀ ਚਿੰਤਾ ਦੂਰ ਨਹੀਂ ਹੁੰਦੀ ਰਾਤ ਦਿਨ, ਤੇ ਬਿਨਾਂ ਸ਼ਬਦ ਦੇ ਆਰਾਧਨ ਤੋਂ ਉਹ ਸਦੀਵੀ ਦੁੱਖ ਦੀ ਪ੍ਰਾਪਤੀ ਕਰਦੇ ਹਨ, ਕਦੇ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ। ਜਿਨ੍ਹਾਂ ਨੂੰ ਪ੍ਰਤੀਤ ਨਹੀਂ ਹੈ, ਸਤਿਗੁਰਾਂ ਨੇ ਇੱਥੋਂ ਆਰੰਭਤਾ ਕੀਤੀ ਸੀ, ਜਿਨ੍ਹਾਂ ਨੂੰ ਪ੍ਰਤੀਤ ਨਹੀਂ, ਜਿਨ੍ਹਾਂ ਨੂੰ ਯਕੀਨ ਨਹੀਂ, ਵਿਸ਼ਵਾਸ ਨਹੀਂ, ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਅੰਤਰ ਸਬਲਾ,
ਨਿਤ ਧੰਦਾ ਕਰਤ ਵਿਹਾਏ। ਇਹ ਬੜੇ ਬਲ ਵਾਲੇ ਨੇ ਗੁਰੂ ਕੀ ਸੰਗਤ। ਕਾਮ ਕਰੋ ਲੋ ਮੋਹ ਹੰਕਾਰ, ਬਹੁਤ ਬਲ ਵਾਲੇ ਨੇ ਗੁਰੂ ਕੀ ਸੰਗਤ। ਇਹਨਾਂ ਦੇ ਨਾਲ ਸੋ ਮਹਾਰਾਜ ਸਾਹਿਬ ਜੀ ਦਾ ਪਾਵਨ ਬਚਨ ਹੈ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਵੇ। ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹੀਏ। ਸੋ ਸਾਹਿਬਾਂ ਦੇ ਪਾਵਨ ਬਚਨ ਨੇ ਗੁਰੂ ਕੀ ਸੰਗਤ, ਮਨ ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਸੋ ਇਸ ਪ੍ਰਕਾਰ ਜੰਗ ਕਾਹਦੇ ਨਾਲ ਕਰਨੀ ਹੈ? ਨਾਮ ਦੇ ਨਾਲ, ਜਿਹੜਾ ਨਾਮ ਆਪ ਜੀ ਹੁਣ ਆਪਾਂ ਜਪਣ ਲੱਗੇ ਆ। ਬੋਲੋ ਸਾਰੀਆਂ ਸੰਗਤਾਂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਅਸੀਂ ਨਾਮ ਜਪਣ ਦੇ ਵਿੱਚ ਸਮਾਂ ਬਹੁਤਾ ਨਹੀਂ ਲਾਉਂਦੇ। ਧਨ ਵਾਸਤੇ ਸਾਨੂੰ ਭਾਵੇਂ 16 ਘੰਟੇ ਜੌਬ ਕਰਨੀ ਪਵੇ, ਉਹ ਵੀ ਅਸੀਂ ਕਰਨ ਨੂੰ ਤਿਆਰ ਹਾਂ। ਪਰ 16 ਮਿੰਟ ਜਿਹੜੇ ਨੇ, 16 ਸਕਿੰਟ ਵੀ ਜਿਹੜੇ ਮਹਾਰਾਜ ਸਾਹਿਬ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਗੁਰੂ ਕੀ ਸੰਗਤ, ਏਕ ਚਿਤ ਜੇ ਇਕ ਛਿੰਤਿਆਇਓ, ਕਾਲ ਫਾਸ ਕੇ ਬੀਤ ਨਾ ਆਇਓ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਕਾਮ ਕਰੋ ਲੋਭ ਅੰਤ ਸਬਲ, ਸੋ ਸਬਲਾ ਨਿਤ ਧੰਦਾ ਕਰਤ ਵਿਹਾਏ। ਆਪਣੇ ਧੰਦੇ ਦੇ ਵਿੱਚ ਆਪਣਾ ਜੀਵਨ ਗੁਜ਼ਾਰ ਰਹੇ ਹਾਂ। ਤੇ ਇਹ ਜਿਹੜੇ ਜਿਨ੍ਹਾਂ ਨੇ ਅੰਦਰ ਸਾਡੇ ਕਾਬਜ ਹੋਏ ਨੇ, ਇਹਨਾਂ ਨੂੰ ਦੂਰ ਕਰਨ ਵਾਸਤੇ ਕੋਈ ਯਤਨ ਨਹੀਂ ਹੈ। ਚਰਨ ਕਰ ਦੇਖਤ ਸੁਨ ਥੱਕੇ, ਦੇਹ ਮੁੱਕੇ ਨੇੜੇ ਆਏ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਬਹੁਤ ਨੇੜੇ ਆ ਗਿਆ ਹੈ ਤੇਰਾ ਸਮਾਂ। ਕਿੰਨਾ ਕੁ ਸਮਾਂ? ਹਰ ਜਪਦਿਆਂ ਅਖੰਡ ਢਿੱਲ ਨਾ ਕੀਜੀ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ, ਆਵੇ ਕੇ ਨਾ ਆਵੇ ਰਾਮ, ਚਰਨ ਕਰ ਦੇਖਤ ਸੁਣ ਥੱਕੇ। ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਇਹ ਪੈਂਡਾ ਨਿਭਾਉਂਦਿਆਂ ਸੋ ਥਾਕੇ ਨੈਣ ਸਰਵਨ ਸਭ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹੱਕ ਦੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ। ਇਹ ਚਰਨ ਥੱਕ ਚੁੱਕੇ ਨੇ, ਸਰੀਰ ਥੱਕ ਚੁੱਕਾ ਹੈ, ਪਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਬਹੁਤ ਨੇੜੇ ਦਿਨ ਆ ਚੁੱਕੇ ਹਨ। ਸੱਚਾ ਨਾਮ ਨ ਲੱਗੂ ਮੀਠਾ, ਜਿਤ ਨਾਮ ਨਵ ਨਿਧ ਪਾਏ। ਹੋਰ ਤੇ ਜਿਹੜੇ ਸਵਾਦ ਨੇ ਉਹ ਅਸੀਂ ਬਹੁਤ ਮਿੱਠੇ ਸਮਝਦੇ ਹਾਂ, ਪਰ ਪਰਮੇਸ਼ਰ ਦਾ ਨਾਮ ਜਿਹੜਾ ਉਹਨੂੰ ਕਦੀ ਮਿੱਠਾ ਕਰਕੇ ਜਾਣਿਆ ਨਹੀਂ, ਜਿਹਦੇ ਨਾਲ 9 ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਜੀਵਤ ਮਰੈ ਪੁਨ ਜੀਵੈ, ਤਾਂ ਮੁਖੰਤਰ ਪਾਏ। ਕਿਸੇ ਨੇ ਪ੍ਰਧਾਨ ਜੀ ਕਹਿ ਦਿੱਤਾ, ਕਿਸੇ ਨੇ ਜਥੇਦਾਰ ਕਹਿ ਦਿੱਤਾ, ਕਿਸੇ ਨੇ ਗਾਲ ਕੱਢ ਦਿੱਤੀ। ਔਰ ਮਾਨ ਅਪਮਾਨਾ, ਦੁੱਖ ਸੁੱਖ ਦੋਨੋਂ ਸਮ ਕਰ ਜਾਣੇ, ਔਰ ਮਾਨ ਅਪਮਾਨ ਹੈ। ਜੀਵਤ ਮਰੈ ਸੋ ਨਿਜ ਫੁਨ ਜੀਵੈ, ਜੀਵਤ ਮਰੈ ਫੁਨ ਜੀਵੈ, ਤਾਂ ਮੁਖ ਅੰਤਰ ਪਾਏ। ਜਿਹਨੇ ਆਪਣੇ ਮਨ ਨੂੰ ਮਾਰ ਲੈਣਾ ਕੀਤਾ, ਮਨ ਮਾਰੇ ਬਿਨ ਭਗਤ ਨਾ ਹੋਈ, ਉਹਨੂੰ ਮੋਖ ਅੰਤਰ, ਉਹਨੂੰ ਮੋਖ ਦੀ ਪਦਵੀ ਪ੍ਰਾਪਤੀ ਹੁੰਦੀ ਹੈ, ਮੁਕਤੀ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ। ਤੁਰ ਕਰਮ ਨਾ ਪਾਇਓ ਪ੍ਰਾਣੀ, ਵਿਨ ਕਰਮਾ ਕਿਆ ਪਾਏ। ਕਰਮ ਤੋਂ ਬਿਨਾ, ਬਖਸ਼ਿਸ਼ ਤੋਂ ਬਿਨਾ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ। ਸੋ ਇਸ ਪ੍ਰਕਾਰ ਵਿਣ ਕਰਮਾ ਕਿਆ ਪਾਏ, ਬਿਨਾ ਭਾਗਾਂ ਤੋਂ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ। ਗੁਰ ਕਾ ਸ਼ਬਦ ਸਮਾਲ ਤੂੰ ਮੂੜੇ, ਗਤ ਮਤ ਸਬਦੇ ਪਾਏ। ਗੁਰੂ ਦੇ ਸ਼ਬਦ ਦੀ ਸੰਭਾਲਣਾ ਕਰ, ਜਪਣਾ ਕਰ, ਆਰਾਧਨਾ ਕਰ। ਮੂੜਿਆ ਮੂਰਖਾ ਗਤ ਮਤ ਸਬਦੀ ਪਾਹੇ, ਤਾਂ ਇਹ ਮਰਜ਼ਾਦਾ, ਤਾਂ ਇਹ ਤੈਨੂੰ ਪ੍ਰਾਪਤੀਆਂ ਹੋਣਗੀਆਂ। ਨਾਨਕ ਸਤਿਗੁਰ ਤਦ ਹੀ ਪਾਏ, ਜਾਂ ਵਿੱਚੋਂ ਆਪ ਗਵਾਏ। ਹਉਮੈ ਰੋਗ ਮਾਨੋ ਕੋ ਦੀਨਾ, ਜਿੰਨਾ ਚਿਰ ਹਉਮੈ ਨਹੀਂ ਨਾ ਤੇਰੇ ਅੰਦਰੋਂ ਜਾਂਦੀ, ਸੋ ਜਬ ਲਗ ਮੇਰੀ ਮੇਰੀ ਕਰੇ, ਤਬ ਲਗ ਕਾਜ ਏਕ ਨਹੀਂ ਸਰੇ। ਜਬ ਮੇਰੀ ਮੇਰੀ ਮਿਟ ਜਾਏ, ਤਬ ਪ੍ਰਭ ਕਾਜ ਸਵਾਰੇ ਆਏ। ਇਸ ਪ੍ਰਕਾਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨਾਨਕ ਸਤਿਗੁਰ ਤਦ ਹੀ ਪਾਏ, ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਜਾਂ ਵਿੱਚੋਂ ਆਪ ਗਵਾਏ, ਜਾਂ ਹੰਕਾਰ ਨੂੰ ਦੂਰ ਕਰੇਗਾ। ਪੌੜੀ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ। ਜਿਸ ਦਾ ਚਿਤ ਵਸਿਆ ਮੇਰਾ ਸੁਆਮੀ, ਤਿਸ ਨੂੰ ਕਿਉਂ ਅੰਦੇਸਾ, ਕਿਸੈ ਗੱਲੇ ਦਾ ਲੋੜੀਐ। ਜਿਹੜੇ ਹਿਰਦੇ ਵਿੱਚ ਪਰਮੇਸ਼ਰ ਵਸ ਜਾਂਦਾ ਹੈ ਗੁਰੂ ਕੀ ਸੰਗਤ, ਉਸ ਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹਿੰਦੀ। ਹਰ ਸੁਖ ਦਾਤਾ ਸਭਨਾ ਗੱਲਾਂ ਕਾ, ਤਿਸ ਨੂੰ ਧਿਆਇਂਦਿਆਂ ਕਿਵ ਨਿਮਖ ਘੜੀ ਮੂੰਹ ਮੋੜੀਐ। ਹਰ ਗੱਲਾਂ ਦਾ ਹਰ ਸੁਖ ਦਾਤਾ, ਸੁਖਾਂ ਦਾ ਦਾਤਾ ਹੈ, ਸਰਵ ਸੁਖਾਂ ਕਾ ਦਾਤਾ ਸਤਿਗੁਰ, ਤਾਂ ਕੀ ਸਰਣੀ ਪਾਈ ਹੈ।
ਕਿਉਂ ਮੂੰਹ ਮੋੜਦਾ ਹੈ ਉਹਦੇ ਜਪਣ ਤੋਂ। ਜਿਨ ਹਰਿ ਧਿਆਇਆ ਤਿਸਨੂੰ ਸਰਬ ਕਲਿਆਣ ਹੋਏ, ਨਿਤ ਸੰਤ ਜਨਾ ਕੀ ਸੰਗਤ ਜਾਏ ਬਹੀਐ ਮੋਹ ਜੋੜੀਐ। ਉਹਨੂੰ ਧਿਆਉਣ ਦੇ ਨਾਲ ਸਰਬ ਕਲਿਆਣ ਸਾਰੀਆਂ ਪ੍ਰਾਪਤੀਆਂ ਹੋ ਜਾਣਗੀਆਂ। ਮਹਾਂਪੁਰਖਾਂ ਦੀ ਸੰਗਤ ਕਰਨ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦੇ ਨਾਲ, ਉਹਨਾਂ ਦੇ ਨਾਲ ਜੁੜ ਕੇ ਬਹਿਣ ਦੇ ਨਾਲ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਅੱਡੇ ਬੁਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸਭ ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਕਿਸੇ ਪ੍ਰਕਾਰ ਦਾ ਕੋਈ ਰੋਗ ਨਹੀਂ ਰਹਿ ਜਾਂਦਾ, ਦੁੱਖ ਭੁੱਖ ਸਾਰੇ ਦੂਰ ਹੋ ਜਾਂਦੇ ਨੇ ਗੁਰੂ ਕੀ ਸੰਗਤ, ਬੰਧਨ ਟੁੱਟ ਜਾਂਦੇ ਹਨ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੂਹ ਡਿਠੈ, ਜਗਤ ਤਰਿਆ ਸਭ ਲੋੜੀਐ। ਉਸ ਜੇ ਭਗਤ ਦੀ ਉਪਾਧੀ ਕਿਸੇ ਨੂੰ ਮਿਲੀ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਕਰਨ ਦੇ ਨਾਲ, ਹਰ ਭਗਤ ਜਨਾ ਕੇ ਮੋਹ ਡਿਠੈ, ਜਗਤ ਤਰਿਆ ਸਭ ਲੋੜੀਐ, ਉਹਨਾਂ ਦੀ ਸ਼ਰਨ ਪੈਣ ਦੇ ਨਾਲ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਸੋ ਸਤਿਕਾਰ ਕਰਨ ਦੇ ਨਾਲ ਸਾਰੀਆਂ ਪ੍ਰਾਪਤੀਆਂ ਹੁੰਦੀਆਂ ਨੇ। ਗੁਰੂ ਕੀ ਸੰਗਤ ਭੁੱਲਾਂ ਦੀ ਖਿਮਾ ਕਰਨੀ। ਬਹੁਤ ਬਹੁਤ ਧੰਨਵਾਦ ਆਪ ਸਮੁੱਚੀ ਸਾਧ ਸੰਗਤ ਦਾ। ਸੋ ਸਭ ਤੋਂ ਸ੍ਰੇਸ਼ਟ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਜਿਨ੍ਹਾਂ ਨੇ ਆਪਾਂ ਨੂੰ ਜੁੜ ਮਿਲ ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਮੈਂ ਰਹਿ ਨਹੀਂ ਸਕਦਾ ਧੰਨਵਾਦ ਕਰਨ ਤੋਂ। ਸੋ ਸਾਡੇ ਅਤੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਪੰਥ ਦੀ ਮਾਇਆ ਨਾਜ ਹਸਤੀ, ਸੋ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਸਮੁੱਚੀ ਮੈਨੇਜਮੈਂਟ ਦਾ, ਸਮੁੱਚੇ ਗੁਰੂ ਕੇ ਪਿਆਰਿਆਂ ਦਾ, ਸੋ ਸਮੁੱਚੇ ਸਿੰਘ ਸਾਹਿਬਾਨਾਂ ਦਾ, ਸਮੁੱਚੀ ਸਾਧ ਸੰਗਤ ਦਾ ਵਿਸ਼ੇਸ਼ ਕਰਕੇ ਧੰਨਵਾਦ। ਕਿਉਂਕਿ ਜੇ ਕੋ ਜੀਓ ਕਹੇ ਉਹਨਾਂ ਕੋ, ਮੇਰੇ ਛੋਟੇ ਵੀਰ ਭਾਈ ਗੁਰਸੇਵਕ ਸਿੰਘ ਜੀ, ਸੋ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਅਤੇ ਬੜੇ ਵਧੀਆ ਵਿਸਰਾਮ ਲਾ ਕਰਕੇ ਸੋ ਗੁਰਬਾਣੀ ਸਰਵਣ ਕਰਾਈ ਹੈ। ਆਪ ਜੀ ਨੂੰ ਕਥਾ ਤੇ ਮੈਂ ਜਾਣਦਾ ਨਹੀਂ, ਪਰ ਆਪ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਭੁੱਲਾਂ ਦੀ ਖਿਮਾ ਕਰਨੀ। ਅਖੀਰਲੀਆਂ ਪੰਕਤੀਆਂ ਦਾ ਪਾਠ ਬੜੇ ਧਿਆਨ ਨਾਲ ਸਰਵਣ ਕਰੋ ਜੀ ਤੇ ਸਭ ਸਮਾਪਤੀ ਕਰੀਏ। ਦੁੱਖ ਭੁੱਖ ਰੋਗ ਗਏ ਹਰ ਸੇਵਕ ਕੇ, ਸਭ ਜਨ ਕੇ ਬੰਧਨ ਤੋੜੀਐ। ਹਰ ਕਿਰਪਾ ਤੇ ਹੋਆ ਹਰ ਭਗਤ, ਹਰ ਭਗਤ ਜਨਾ ਕੈ ਮੋਹ ਡਿਠੈ, ਜਗਤ ਤਰਿਆ ਸਭ ਲੋੜੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।